ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ। ਗੁਰੂ ਸਵਾਰੀ ਸਤ ਸੰਗਤ ਜੀਓ, ਅੱਜ ਫੇਰ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਓ ਇਸ ਸਮੇਂ ਨੂੰ ਸਫਲਾ ਬਣਾਈਏ। ਕੱਲ ਸ਼ਾਮ ਦੇ ਪ੍ਰਕਰਨਾਂ ਦੇ ਵਿੱਚ ਬੜੇ ਵਿਸਥਾਰ ਸਹਿਤ ਆਪ ਜੀ ਨੇ ਪਾਦਾ ਜੀ ਦੇ ਤਾਈਂ ਬਖਸ਼ਿਸ਼ ਕੀਤੇ ਉਪਦੇਸ਼ ਨੂੰ ਸਰਵਣ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਸਵਾਲ ਕੀਤੇ ਸੀ, ਮਹਾਰਾਜ ਰਾਜੇ ਮਹਾਰਾਜੇ ਅਮੀਰ ਲੋਕ ਨਾਮ ਨਹੀਂ ਜਪਦੇ, ਤਨ ਮਨ ਧਨ ਉਹਨਾਂ ਕੋਲ ਬੜਾ ਕੁਛ ਹੈ, ਉਹ ਤੇ ਸੁਖੀ ਬੜੇ ਨੇ, ਪਰ ਇੱਕ ਗਰੀਬ ਬੰਦਾ ਜਿਹਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਉਹ ਜੰਮਦਾ ਹੀ ਦੁੱਖ ਪਾਉਣ ਵਾਸਤੇ ਹੈ। ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਵਾਲਾਂ ਦੇ ਜਵਾਬ ਅੰਮ੍ਰਿਤ ਬਚਨ ਉਚਾਰਨ ਕਰਕੇ ਦਿੱਤੇ। ਇੱਕ ਆਵ ਹੈ, ਇੱਕ ਜਾਹੇ ਉਠ, ਰੱਖੀ ਹੈ ਨਾਵ ਸਲਾਰ, ਇੱਕ ਉਪਾਇ ਨ ਮੰਗਤੇ, ਇੱਕ ਨਾ ਵੱਡੇ ਦਰਬਾਰ। ਇਹਨਾਂ ਅੰਮ੍ਰਿਤ ਬਚਨਾਂ ਦਾ ਵਿਸਥਾਰ ਆਪ ਜੀ ਨੇ ਕੱਲ ਸਰਵਣ ਕੀਤਾ ਹੈ। ਬੜੀਆਂ ਬਰੀਕ ਘੁੰਡੀਆਂ ਸੀ ਜੋ ਗੁਰੂ ਸਾਹਿਬ ਨੇ ਉਪਦੇਸ਼ ਦੇ ਵਿੱਚ ਪਾਦਾ ਜੀ ਨੂੰ ਦੱਸੀਆਂ, ਤੇ ਕੱਲ ਆਪ ਜੀ ਨੇ ਵੀ ਬੜਾ ਆਨੰਦ ਮਾਣਿਆ। ਜੋ ਬੜੇ ਲੰਮੇ ਸਮੇਂ ਦੇ ਸਵਾਲ ਆਪਣੇ ਵੀ ਦਿਲ ਦਿਮਾਗ ਵਿੱਚ ਚੱਲਦੇ ਸੀ ਕਿ ਅਮੀਰ ਬੰਦੇ ਨੂੰ ਨਾਮ ਜਪਣ ਦੀ ਲੋੜ ਹੈ ਜਾਂ ਨਹੀਂ ਹੈ, ਧਨ ਦੌਲਤ ਸ਼ੌਹਰਤ ਵਿੱਚ ਰਹਿਣ ਵਾਲਾ ਕਿੰਨਾ ਕੁ ਖੁਸ਼ ਹੈ, ਇਹ ਸਾਰਾ ਕੁਝ ਗੁਰੂ ਸਾਹਿਬ ਜੀ ਨੇ ਦੱਸਿਆ। ਆਓ ਅੱਜ ਵੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਸਾਂਝ ਪਾਈਏ। ਆਸੀਸ ਬਖਸ਼ੋ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪਾਤਸ਼ਾਹ ਰੱਖਿਆ ਇੱਕ ਨਾਮ, ਇੱਕ ਜਾਚਕ ਜਾਚਹਿ ਤਿੰਨ ਧਾਮ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਲ ਅਵਸਥਾ ਦੇ ਵਿੱਚ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ। ਪਾਦਾ ਜੀ, ਦੁਨੀਆ ਤੇ ਸਭ ਨੇ ਜੰਮਣਾ ਤੇ ਸਭ ਨੇ ਮਰਨਾ ਹੈ। ਰਾਜੇ ਮਹਾਰਾਜੇ ਅਮੀਰ ਲੋਕ ਜਿਨ੍ਹਾਂ ਦੇ ਕੋਲ ਦੁਨਿਆਵੀ ਸੁੱਖਾਂ ਦੀ ਭਰਮਾਰ ਬੜੀ ਹੈ, ਪਰ ਹਕੀਕਤ ਵਿੱਚ ਉਹ ਇੱਕ ਵੀ ਸੁੱਖ ਨਹੀਂ ਮਾਣਦੇ। ਬੇਸ਼ੱਕ ਰੱਬ ਨੇ ਉਹਨਾਂ ਨੂੰ ਰਾਜਿਆਂ ਦੇ ਘਰ ਜਨਮ ਦਿੱਤਾ ਹੈ, ਉਹ ਰਾਜੇ ਬਣ ਕੇ ਵੀ ਰੱਜਦੇ ਨਹੀਂ, ਤੇ ਇੱਕ ਨੂੰ ਮੰਗਤਿਆਂ ਦੇ ਘਰੇ ਜਨਮ ਦਿੱਤਾ ਹੈ, ਉਹਦੀ ਸਾਰੀ ਜ਼ਿੰਦਗੀ ਮੰਗਣ ਵਿੱਚ ਲੰਘ ਜਾਂਦੀ ਹੈ ਤੇ ਰੱਜਿਆ ਉਹ ਵੀ ਨਹੀਂ। ਜੇ ਨਾਮ ਰਾਜੇ ਜਾਂ ਮੰਗਤੇ ਨੇ ਨਹੀਂ ਜਪਿਆ, ਦੋਨੋਂ ਦੁਖਦਾਈ ਨੇ, ਸੁੱਖ ਦੋਨਾਂ ਕੋਲ ਹੀ ਨਹੀਂ। ਬੜੇ ਪ੍ਰਮਾਣ ਆਪ ਜੀ ਨੇ ਕੱਲ ਵਿਸਥਾਰ ਸਹਿਤ ਸਰਵਣ ਕੀਤੇ ਆ। ਬਾਲੀ ਰੋਵੈ ਨਾਏ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਅਗਲਾ ਬਚਨ ਗੁਰੂ ਸਾਹਿਬ ਆਖਦੇ ਆ, ਵੱਡਾ ਨਾਮ ਧਰਾਏ ਕਹਿ ਗਲ ਔਗਣ ਭਾਰਾ। ਦੁਨੀਆ ਦੇ ਵਿੱਚ ਬੰਦਾ ਆਪਣੇ ਵੱਡੇ ਵੱਡੇ ਨਾਮ ਰਖਾ ਲੈਂਦਾ, ਪਰ ਸਤਿਗੁਰ ਕਹਿੰਦੇ ਇਹ ਨਾਮ ਜਿੰਨੇ ਵੀ ਰੱਖੇ ਆ ਨਾ, ਤੇਰੇ ਦੁੱਖਾਂ ਦੇ ਕਾਰਨ ਬਣਨਗੇ, ਤੇਰੇ ਲਈ ਅਵਗੁਣ ਬਣ ਜਾਣਗੇ ਜੇ ਤੂੰ ਨਾਮ ਨਹੀਂ ਜਪਿਆ। ਪਾਦਾ ਜੀ ਸਤਿਗੁਰਾਂ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ
ਨੇਤਰ ਬੰਦ ਕਰਕੇ ਸਰਵਣ ਕਰਦੇ ਨੇ। ਕਿੰਚਤ ਦਿਨ ਕੇ ਇਹਾਂ ਬਿਲਾਸਾ, ਫਸਿਓ ਮੰਦ ਬਿਸਰਿਓ ਜਨਮ ਤਰਸਾ। ਸਤਿਗੁਰ ਆਖਦੇ ਨੇ ਪਾਦਾ ਜੀ, ਉਹ ਲੋਕ ਮੂਰਖ ਨੇ ਜਿਨ੍ਹਾਂ ਕੋਲ ਧਨ ਦੌਲਤ ਸ਼ੌਹਰਤ ਬੜਾ ਕੁਝ ਹੈ, ਪਰ ਇੱਥੋਂ ਦੇ ਸੁੱਖਾਂ ਨੂੰ ਮਾਣ ਕਰਕੇ ਦਰਗਾਹ ਦਾ ਸਭ ਕੁਝ ਭੁੱਲ ਗਈ ਦਰਗਾਹ। ਮੌਤ ਦਾ ਵੀ ਕਦੇ ਕਦੇ ਖਾਬ ਆਉਂਦਾ, ਪਰ ਫੇਰ ਵਿਸਰ ਜਾਂਦੀ ਹੈ, ਭੁੱਲ ਜਾਂਦੀ ਹੈ। ਮਰਦ ਕਹਿੰਦੇ ਉਹ ਮੂਰਖ ਨੇ। ਬਾਣੀ ਨੇ ਮੂਰਖ ਦਾ ਦਰਜਾ ਕਿਹਨਾਂ ਨੂੰ ਦਿੱਤਾ ਹੈ? ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਹੀਂ ਨਾਓ। ਜੋ ਰੱਬ ਦੇ ਨਾਮ ਨੂੰ ਜਪਦਾ ਨਹੀਂ, ਮੰਨਦਾ ਨਹੀਂ, ਸਤਿਗੁਰ ਕਹਿੰਦੇ ਮੂਰਖਾਂ ਦਾ ਸਰਤਾਜ ਹੈ, ਉਹ ਵੱਡਾ ਮੂਰਖ ਹੈ। ਨਾਮ ਤੇ ਵੱਡਾ ਲਿਖਾ ਲਿਆ, ਫਿਰ ਕੀ ਹੋਇਆ? ਗੁਰੂ ਸਾਹਿਬ ਕਹਿੰਦੇ ਦੁਨੀਆ ਵਿੱਚ ਵੱਡਾ ਹੋ ਗਿਆ, ਦੁਨੀਆਦਾਰ ਬਣ ਗਿਆ। ਵੱਡਾ ਹੋਆ ਦੁਨੀਆਦਾਰ, ਗਲ ਸੰਗਲ ਘੱਤ ਚਲਾਇਆ। ਮਰਦ ਕਹਿੰਦੇ ਆ ਤੇਰੇ ਗਲ ਵਿੱਚ ਸੰਗਲ ਪੈ ਜਾਂਦੇ, ਇੱਥੇ ਮਾਇਆ ਦੇ ਫਾਹੇ ਪਏ ਆ, ਮਰਨ ਤੋਂ ਬਾਅਦ ਜਮਾਂ ਦੇ ਫਾਹੇ ਪੈ ਜਾਣਗੇ ਜੇ ਇਸ ਜੀਵਨ ਵਿੱਚ ਬੰਦਗੀ ਨਾ ਕੀਤੀ, ਨਾਮ ਨਾ ਜਪਿਆ। ਹਰ ਅਮੀਰ ਦਾਨਿਸ਼ਵੰਦ ਦੌਲਤਬੰਦ ਦੇ ਪੱਲੇ ਸਿਵਾ ਦੁੱਖਾਂ ਤੋਂ ਕੁਛ ਨਹੀਂ। ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਹੀਂ ਹੈ ਜਿਹੜਾ ਸੁਖੀ ਹੋਵੇ। ਰਾਮਚੰਦਰ ਜੀ ਦਾ ਜੀਵਨ ਪੜ੍ਹ ਕੇ ਵੇਖੋ, 14 ਸਾਲਾਂ ਦੇ ਬਨਵਾਸ ਦਾ ਦੁੱਖ ਕੱਟਿਆ। ਕ੍ਰਿਸ਼ਨ ਜੀ ਦਾ ਜੀਵਨ ਪੜ੍ਹ ਕੇ ਵੇਖ ਲਓ, ਕਿੱਦਾਂ ਜੇਲ੍ਹ ਵਿੱਚ ਜਨਮ ਹੋਇਆ ਗੋਕੁਲਪੁਰੀ, ਕਿਵੇਂ ਕਿਵੇਂ ਉਹਨਾਂ ਨੂੰ ਬਚਾਇਆ ਗਿਆ, ਕਿਵੇਂ ਜੀਵਨ ਦੇ ਸੰਘਰਸ਼ ਕੀਤੇ, ਕਿਵੇਂ ਉਹਨਾਂ ਗਾਵਾਂ ਮੱਝਾਂ ਚਾਰੀਆਂ। ਦੁੱਖ ਤੇ ਉਹਨਾਂ ਬੜੇ ਵੇਖੇ ਆ। ਕਹਿੰਦੇ ਕੌਣ ਦੁਨੀਆ ਤੇ ਐਸਾ ਜਿਹਦੇ ਜੀਵਨ ਵਿੱਚ ਦੁੱਖ ਨਹੀਂ, ਪਰ ਨਾਮ ਜਪਣ ਵਾਲੇ ਦੁੱਖਾਂ ਨੂੰ ਦੁੱਖ ਨਹੀਂ ਮੰਨਦੇ। ਮਾਇਆਧਾਰੀ ਲੋਕ ਮਾਇਆ ਦੇ ਨਸ਼ੇ ਵਿੱਚ ਇੰਨੇ ਚੂਰ ਹੁੰਦੇ ਨੇ, ਪਰਮਾਤਮਾ ਵਿਸਰ ਜਾਂਦਾ ਏ। ਆਗੇ ਗਏ ਦੇ ਤਬ ਜਾਣੇ, ਮੀਜ ਪਾਨ ਸਿਰ ਧੁਨ ਪਛਤਾਨੇ। ਸਤਿਗੁਰ ਕਹਿੰਦੇ ਇੱਥੇ ਜਿੰਨੀਆਂ ਮਰਜ਼ੀ ਵੱਡੀਆਂ ਵੱਡੀਆਂ ਡੀਂਗਾ ਮਾਇਆ ਧਾਰੀ ਲੋਕ ਮਾਰਦੇ ਰਹਿਣ, ਪਰ ਦਰਗਾਹ ਦੇ ਵਿੱਚ ਮੀਂਜ ਨਾਮ ਹੈ ਹੱਥ ਮਲਣ ਦਾ। ਧਰਮ ਰਾਜ ਦੀ ਕਚਹਿਰੀ ਵਿੱਚ ਖੜ ਕੇ ਹੱਥ ਮਲਦਾ ਮਨੁੱਖ। ਉੱਥੇ ਜਦੋਂ ਜਮਾਂ ਦੀਆਂ ਮਾਰਾਂ ਪੈਂਦੀਆਂ, ਫਿਰ ਰੋਂਦਾ ਤੇ ਕਰਲਾਉਂਦਾ, ਫਿਰ ਕੋਈ ਅਪੀਲ ਦਲੀਲ ਕੋਈ ਸਾਥੀ ਨਹੀਂ ਹੁੰਦਾ। ਦੁਨਿਆਵੀ ਤੌਰ ਤੇ ਵੀ ਸਾਨੂੰ ਕਿਤੇ ਜਵਾਬ ਨਾ ਆਵੇ ਤੇ ਬੰਦਾ ਹੱਥ ਮਲਦਾ ਹੈ। ਕਹਿੰਦੇ ਰੱਬ ਦੀ ਦਰਗਾਹ ਦੇ ਵਿੱਚ, ਸੱਚ ਦੀ ਦਰਗਾਹ ਦੇ ਵਿੱਚ, ਧਰਮ ਦੀ ਦਰਗਾਹ ਦੇ ਵਿੱਚ ਮਨੁੱਖ ਨੂੰ ਆਪਣੇ ਔਗਣਾਂ ਤੋਂ ਸ਼ਰਮਿੰਦਾ ਹੋ ਕੇ ਹੱਥ ਮਲਣੇ ਪੈਂਦੇ ਨੇ, ਸਿਰ ਹਿਲਾਉਣਾ ਪੈਂਦਾ ਏ। ਮਹਿਮਾ ਨਾਮ ਭਜਨ ਕੀ ਜੋ, ਤਬ ਚਿਤਵਤ ਨਿਤ ਵਿਸਰਿਓ ਸੋ। ਕਿਹਨਾਂ ਨੂੰ ਦੁੱਖ ਪਾਉਣੇ ਪੈਂਦੇ? ਸਾਹਿਬ ਕਹਿੰਦੇ ਜਿਨ੍ਹਾਂ ਨੂੰ ਨਾਮ ਦੀ ਮਹਿਮਾ ਦੱਸਣਗੇ, ਜਿਨ੍ਹਾਂ ਪਰਮੇਸ਼ਰ ਦਾ ਨਾਮ ਇਸ ਜੀਵਨ ਵਿੱਚ ਕਦੇ ਜਪਿਆ ਨਹੀਂ। ਬਾਣੀ ਉਹਨਾਂ ਦੇ ਪਰਥਾਏ ਆਖਦੀ ਹੈ, ਰੈਣ ਗਵਾਈ ਸੋਈ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਜਿਨੇ ਹੀਰਿਆਂ ਵਰਗਾ ਜਨਮ ਕੌਡੀਆਂ ਦੇ ਭਾਅ ਨਾਮ ਤੋਂ ਬਗੈਰ ਗੁਜ਼ਾਰ ਦਿੱਤਾ। ਸਤਿਗੁਰ ਕਹਿੰਦੇ ਇੱਥੇ ਵੀ ਸ਼ਰਮਿੰਦੇ ਨੇ, ਦਰਗਾਹ ਵਿੱਚ ਵੀ ਦੁਖੀ ਨੇ। ਤੇ ਜਿਨ੍ਹਾਂ ਨਾਮ ਜਪਿਆ ਉਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਵੇਲੇ। ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਲ ਮਿਲਾ ਲਿਆ, ਜੋ ਆਪਣੇ ਨਿੱਜੀ ਰੂਪ ਨਾਲ ਮਿਲ ਗਏ, ਕਹਿੰਦੇ ਧਰਮ ਰਾਜ ਤੇ ਜਮ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਦੇ, ਉਹਨਾਂ ਨੂੰ ਦੁੱਖ ਨਹੀਂ ਦਿੰਦੇ। ਅਨਕ ਤਾਰਨ ਕਰਹੀ, ਘਰ ਮੇ ਗਰੂਏ ਸੰਗਰ ਪਰਹੀ। ਤੇ ਪਾਦਾ ਜੀ ਪੁੱਛਦੇ, ਮਹਾਰਾਜ ਨਾਮ ਤੋਂ ਹੀਣੇ ਲੋਕਾਂ ਨੂੰ ਦਰਗਾਹ ਵਿੱਚ ਕਿਹੋ ਜੀ ਸਜ਼ਾ ਮਿਲਦੀ ਹੈ? ਗੁਰੂ ਸਾਹਿਬ ਨੇ ਬਾਣੀ ਵਿੱਚ ਬੜੀ ਥਾਂ ਤੇ ਬਿਆਨ ਕੀਤਾ, ਬੜੀ ਥਾਂ ਤੇ। ਪਹਿਲਾਂ ਤੇ ਰਸਤੇ ਇੰਨੇ ਵੱਡੇ ਆ, ਜਿਨ੍ਹਾਂ ਰਾਹਾਂ ਤੋਂ ਗੁਜ਼ਰਦੇ ਆ 365 ਦਿਨ ਲੰਘ ਜਾਂਦੇ ਆ। ਜਦ ਕੋਈ ਮਰ ਕੇ ਜਾਂਦਾ ਨਾ, ਇਹ ਨਹੀਂ ਵੀ ਚੌਥੇ ਦਿਨ ਅਸੀਂ ਭੋਗ ਪਾਤਾ ਤੇ ਉਹ ਮੁਕਤ ਹੋ ਗਿਆ, ਨਹੀਂ ਭਾਈ। ਜਿਹੜੀ ਇਹਦੀ ਸੂਖਸ਼ਮ ਰੂਹ ਆ, ਉਹਨੂੰ 1 ਸਾਲ ਲੱਗਦਾ ਧਰਮ ਰਾਜ ਦੀ ਕਚਹਿਰੀ ਤੱਕ ਜਾਂਦੇ ਆ, ਦੁੱਖ ਭੋਗਦਾ ਜਾਂਦਾ ਹੈ। ਕਹਿੰਦੇ ਜਮਾਂ ਨੇ ਫਾਹੇ ਪਾਏ ਹੁੰਦੇ, ਗਲਾਂ 'ਚ ਸੰਗਲ ਪਾਏ ਆ। ਤੇ ਹੁਣ ਇੱਥੇ ਨਾਸਤਕ ਬੰਦਾ ਆਖੂਗਾ ਜੀ ਸੰਗਲ ਤੇ ਲੋਹੇ ਦੇ ਹੁੰਦੇ ਆ, ਉੱਥੇ ਲੋਹਾ ਕਿੱਥੋਂ ਆ ਗਿਆ? ਪਿਆਰਿਓ,
ਅੱਜ ਦੀ ਸਾਇੰਸ ਨੇ ਰਿਸਰਚ ਕਰਕੇ ਸਾਰਾ ਕੁਝ ਖੋਲ ਕੇ ਰੱਖਤਾ। ਭਾਵੇਂ ਸੈਟਰਨ ਗ੍ਰਹਿ ਦੀ ਗੱਲ ਕਰ ਲਓ, ਮਾਰਸ ਦੀ ਗੱਲ ਕਰ ਲਓ, ਚੰਦਰਮਾ ਦੀ ਗੱਲ ਕਰ ਲਓ, ਜੋ ਕੁਝ ਸਾਡੀ ਧਰਤੀ ਦੇ ਵਿੱਚ ਖਣਿਜ ਨੇ ਨਾ, ਬਰਫ਼ ਤੋਂ ਲੈ ਕੇ ਹਰ ਚੀਜ਼, ਹਰ ਗ੍ਰਹਿ ਤੇ ਹਰ ਚੀਜ਼ ਹੈ ਤੇ ਕਰੂੜਾ ਬਣਾਏ ਆ। ਕਹਿੰਦੇ ਲੋਹਾ ਸੂਖਸ਼ਮ ਹੈ ਜਿਹਨੂੰ ਤਪਾਇਆ ਜਾਂਦਾ ਹੈ। ਮਰਦ ਲਿਖਦੇ ਆ, ਵੱਡਾ ਹੁਆ ਦੁਨੀਦਾਰ ਗਲ ਸੰਗਲ ਘੱਤ ਚਲਾਏ। ਘੱਤ ਮਾਝੇ ਦੀ ਬੋਲੀ ਹੈ। ਭੇਜਿਆ ਜਾਂਦਾ, ਫੜਿਆ ਜਾਂਦਾ, ਲੈ ਕੇ ਜਾਇਆ ਜਾਂਦਾ, ਗਲ ਵਿੱਚ ਸੰਗਲ ਪਾ ਕੇ। ਕਹਿੰਦੇ ਜਦੋਂ ਗਲਾਂ ਵਿੱਚ ਸੰਗਲ ਪਾਏ, ਹੱਥ ਪਿੱਛੇ ਬੰਨੇ ਆ, 4-4 6-6 ਜਮਦੂਤ ਮਾਰਾਂ ਮਾਰਦੇ ਆ। ਇਹ ਤੇ ਸੁਖਮਨੀ ਸਾਹਿਬ ਵੀ ਲਿਖਦੇ, ਜਿਹੇ ਪੈਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਜਿਹੇ ਮਾਰਗ ਕੇਗਨੇ ਜਾਹੇ ਨਾ ਕੋਸਾ। ਕਹਿੰਦੇ ਜਿਹੜੇ ਰਾਹ ਦੇ ਕਿਲੋਮੀਟਰ ਕੋ ਗਿਣੇ ਨਹੀਂ ਜਾਂਦੇ, ਹਰ ਕਾ ਨਾਮ ਊਹਾ ਸੰਗ ਤੋਸਾ। ਤੋਸਾ ਕੀ ਹੈ? ਖਜ਼ਾਨਾ। ਕਹਿੰਦੇ ਜਿਹੜੇ ਰਾਹ ਦੇ ਵਿੱਚ ਕਿਲੋਮੀਟਰ, ਮਾਈਲਸ ਕੋ ਨਹੀਂ ਗਿਣੇ ਜਾ ਸਕਦੇ, ਯੋਜਨ ਨਹੀਂ ਗਿਣੇ ਜਾਂਦੇ, ਕਹਿੰਦੇ ਉੱਥੇ ਪਰਮਾਤਮਾ ਦਾ ਨਾਮ ਮਨੁੱਖ ਲਈ ਏਦਾਂ ਜਿੱਦਾਂ ਸਫ਼ਰ ਦੇ ਵਿੱਚ ਭੋਜਨ ਲੈ ਕੇ ਜਾਂਦੇ। ਆਪਣਾ ਭੋਜਨ ਨਾਲ ਕੋਈ ਚਿੰਤਾ ਥੋੜੀ, ਖੜੋ ਨਾ ਖੜੋ। ਪਰ ਜਿਨ੍ਹਾਂ ਨਾਮ ਨਹੀਂ ਜਪਿਆ, ਕਹਿੰਦੇ ਕੋਹਾਂ ਦਾ ਪੈਡਾ ਤੈਅ ਕਰਨਾ ਪੈਂਦਾ ਹੈ। ਗਲ ਵਿੱਚ ਦੀ ਸੰਗਲ ਪਾਏ ਜਾਂਦੇ ਨੇ ਤੇ ਫਿਰ ਉਬਲਿਆ ਲੋਹਾ ਪਲਾਇਆ ਜਾਂਦਾ, ਲਾਲ ਹੋਇਆ। ਤੇ ਇੰਨੀਆਂ ਮਾਰਾਂ ਜਦੋਂ ਇਸ ਰੂਹ ਨੂੰ ਮਿਲਦੀਆਂ ਨੇ, ਰੂਹ ਕੀ ਆਤਮਾ ਨਹੀਂ ਭਾਈ। ਜੇ ਆਤਮਾ ਨੂੰ ਸਜ਼ਾ ਮਿਲਦੀ, ਨਾਲੇ ਕਹਿੰਦੇ ਆਤਮਾ ਪਰਮਾਤਮਾ ਹੈ, ਫਿਰ ਤੇ ਰੱਬ ਆਪਣੇ ਆਪ ਨੂੰ ਦੁੱਖ ਦੇਈ ਜਾਂਦਾ। ਨਹੀਂ, ਸੂਖਸ਼ਮ ਸਰੀਰ। ਸਾਡੇ 3 ਸਰੀਰ ਨੇ, ਇੱਕ ਤੇ ਆ ਬਾਹਰ ਲੈ, ਦੂਜਾ ਕਾਰਨ ਸਰੀਰ ਜੋ ਮਰਿਆਂ ਤੋਂ ਬਾਅਦ ਬੜਿਆਂ ਨੂੰ ਦਿਸਦਾ ਹੈ, ਫਲਾਣਾ ਤੁਰਿਆ ਫਿਰਦਾ ਜੀ ਉਹੀ ਕੱਪੜਿਆਂ 'ਚ ਹੈ। ਇੱਕ ਆ ਸੂਖਸ਼ਮ ਕਾਰਨ ਸਰੀਰ ਨੂੰ ਖਿੱਚ ਕੇ ਲੈ ਕੇ ਜਾਂਦੇ ਆ। ਕਈ ਵਾਰ ਉਹਨੂੰ ਹਮਜਾਤ ਆਖਿਆ ਜਾਂਦਾ, ਇੱਥੇ ਰਹਿ ਜਾਂਦਾ ਉਹ ਦੁਨੀਆ ਨੂੰ ਦੇਖਣ ਵਾਸਤੇ। ਤੇ ਜਿਹੜਾ ਤਾਂ ਸੂਖਸ਼ਮ ਸਰੀਰ ਹੁੰਦਾ ਨਾ, ਮਾਰਾਂ ਉਹਨੇ ਝੱਲਣੀਆਂ, ਕਿਉਂਕਿ ਸੂਖਸ਼ਮ ਸਰੀਰ ਦੇ ਨਾਲ ਅੱਗੇ ਮਨ ਬੈਠਾ ਹੈ। ਆ ਬਾਹਰਲੀ ਬੋਡੀ 'ਚ ਮਨ ਕਿੱਥੇ ਆ? ਜਿੰਨੀਆਂ ਮਰਜ਼ੀ ਸਰਜਰੀਆਂ ਕਰਾ ਕੇ ਸਰੀਰ ਖਿਲਾ ਕੇ ਵੇਖ ਲਓ, ਲੱਭਦਾ ਦਿਲ ਪਰਮਾਤਮਾ ਦਾ ਕਿੱਥੇ ਰੱਖਿਆ ਮਨ? ਆ ਬਾਹਰਲਾ ਹਾਰਟ ਆ ਜਿਹਨੂੰ ਅਸੀਂ ਦਿਲ ਆਖੀ ਜਾਂਦੇ, ਤੇ ਪੰਪ ਹੈ, ਸਿਰਫ ਬਲੱਡ ਦਾ ਫਲੋ ਚਲਾਉਣ ਵਾਲਾ ਹੈ। ਉਹ ਕਿਹੜਾ ਹੈ? ਜਿਹੜਾ ਇੰਨਾ ਕੁਝ ਯਾਦ ਰੱਖਦਾ ਹੈ। ਬ੍ਰੇਨ ਨਹੀਂ ਹੈ, ਦਿਮਾਗ ਹੋਰ ਚੀਜ਼ ਹੈ, ਮਨ ਹੋਰ ਚੀਜ਼ ਹੈ। ਮਨ ਕਹਿੰਦਾ ਮੈਂ ਗੁਰੂ ਵਾਲਾ ਬਣਾ, ਤੇ ਦਿਮਾਗ ਕਹਿੰਦਾ ਹਜੇ ਕਿਹੜਾ ਉਮਰ ਹੋ ਗਈ। ਆਪਸੀ ਟਕਰਾਵ ਨੇ। ਆਤਮਾ ਸਜ਼ਾ ਨਹੀਂ ਪਾਉਂਦੀ। ਆਤਮਾ ਤੇ ਸੂਖਸ਼ਮ ਸਰੀਰ ਤੋਂ ਅੱਗੇ ਹੈ, ਜੋ ਰੱਬ ਦੀ ਜੋਤ ਹੈ, ਜੋ ਪਰਮਾਤਮਾ ਦਾ ਰੂਪ ਹੈ। ਕਹਿੰਦੇ ਜਦ ਕਾਰਨ ਤੇ ਸੂਖਸ਼ਮ ਸਰੀਰ ਨੂੰ ਖਿੱਚ ਕੇ ਧੂਕੇ ਲੈ ਕੇ ਜਾਇਆ ਜਾਂਦਾ ਨਾ, ਤੇ ਰੋਂਦਾ ਹੈ, ਕਰਲਾਉਂਦਾ ਹੈ, ਇਹਦੀ ਕੋਈ ਪੁਕਾਰ ਨਹੀਂ ਸੁਣਦਾ। ਤਪਤ ਥੰਮ ਸੋਐ ਚੱਲਗਾ ਮੈਂ, ਤੇਲ ਕੜਾ ਤਪਤ ਮਹਿ ਪਾਵੇਂ। ਰਸਤੇ ਵਿੱਚ ਖੂਨ ਮਿੱਝ ਪਾਕਦੀਆਂ ਭਰੀਆਂ ਨਦੀਆਂ ਵਿੱਚ ਗੋਤੇ ਲਵਾਏ ਜਾਂਦੇ ਆ, ਜਿਹਨੂੰ ਬੈਤਰਨੀ ਨਦੀ ਆਖਦੇ ਆ। ਫਿਰ ਐਸੇ ਜੰਗਲ ਨੇ ਜਿਨ੍ਹਾਂ ਦਾ ਨਾਮ ਹੈ ਸਾਲ ਪੱਤਰ, ਜਿਨ੍ਹਾਂ ਦੇ ਪੱਤੇ ਤਲਵਾਰਾਂ ਵਰਗੇ ਤਿਰਛੇ ਨੇ। ਕਹਿੰਦੇ ਜਮ ਉਹਨਾਂ ਤੋਂ ਘੜੀਸ ਘੜੀਸ ਕੇ ਸੰਗਲ ਪਾ ਕੇ ਖਿੱਚ ਕੇ ਲੈ ਕੇ ਜਾਂਦੇ ਆ। ਉੱਥੇ ਰੁਤਬੇ ਨਹੀਂ ਵੇਖੇ ਜਾਂਦੇ, ਉੱਥੇ ਜਾਤਾਂ ਨਹੀਂ ਵੇਖੀਆਂ ਜਾਂਦੀਆਂ, ਪਰ ਨਾਮ ਜਪਣ ਵਾਲਿਆਂ ਲਈ ਇਹ ਰਸਤਾ ਨਹੀਂ ਹੈ। ਉੱਥੇ ਜਿੱਦਾਂ ਬਾਈਪਾਸ ਜਾਈਦਾ ਨਾ, ਇੱਦਾਂ ਜਾਂਦੇ ਆ। ਜਮ ਵੀ ਨੇੜੇ ਨਹੀਂ ਆਉਂਦੇ, ਦੂਰ ਦੂਰ ਰਹਿੰਦੇ ਆ, ਸਤਿਕਾਰ ਕਰਦੇ ਆ, ਚੰਗੀਆਂ ਰੂਹਾਂ ਲੈਣ ਆਉਂਦੇ ਆ। ਇੱਥੇ ਮਰਦ ਦੱਸਦੇ ਆ ਜਿਹੜੇ ਨਾਮ ਨਹੀਂ ਜਪਦੇ, ਇੱਥੇ ਸੁੱਖ ਮਾਣਦੇ ਆ। ਲੱਗਦਾ ਨਾ ਫਲਾਣਾ ਰਾਜਾ ਹੈ, ਫਲਾਣਾ ਧਨਾੜ ਹੈ। ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਕਰਦੇ ਆ, ਇੱਕ ਆਵੈ ਇੱਕ ਜਾਹੇ ਉੱਠ ਰੱਖੀਐ ਨਾਮ ਸਲਾਰ, ਜਿਨ੍ਹਾਂ ਨੂੰ ਸਰਦਾਰ ਕਹਿੰਦੇ ਆ, ਜਿਨ੍ਹਾਂ ਨੂੰ ਵੱਡੇ ਵੱਡੇ ਬਾਦਸ਼ਾਹ ਕਹਿੰਦੇ ਆ। ਮਰਦ ਕਹਿੰਦੇ ਭਾਈ ਇੱਥੇ ਤੇ ਲੋਕਾਂ ਨੂੰ ਲੱਗਦਾ ਸੁਖੀ ਨੇ, ਆਹ ਹਾਲਤ ਉਹਨਾਂ ਦੀ ਦਰਗਾਹ 'ਚ ਹੁੰਦੀ। ਜਮ ਮਾਰਾਂ ਮਾਰਦੇ ਨੇ, ਸਜ਼ਾਵਾਂ ਦਿੰਦੇ ਨੇ। ਕਹਿੰਦੇ ਫਿਰ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਧਰਮਰਾਜ ਹੋਰ ਆ ਤੇ ਜਮਦੂਤ ਹੋਰ ਹੈ, ਤੁਹਾਨੂੰ ਅਲੱਗ-ਅਲੱਗ ਡਿਫਰੈਂਟ ਥਿੰਗ ਹੈ। ਜਦ ਉੱਥੇ ਪਹੁੰਚਦਾ ਹੈ, ਕਹਿੰਦੇ ਕੜਾਹਿਆਂ ਦੇ ਵਿੱਚ ਉਬਾਲਿਆ ਜਾਂਦਾ। ਰਸਤੇ ਵਿੱਚ ਆਸ ਪੱਤਰ ਜੰਗਲਾਂ 'ਚ ਜਦੋਂ ਘੜੀਸਿਆ ਗਿਆ, ਸਾਰਾ ਸਰੀਰ ਛਲਣੀ ਹੋ ਗਿਆ, ਜ਼ਖਮੀ ਹੋ ਗਿਆ, ਖੂਨ ਚੋਂਦਾ ਹੈ। ਰਸਤੇ 'ਚ ਮਨੁੱਖ ਕਹਿੰਦਾ ਮੈਨੂੰ ਪਾਣੀ ਦੇ ਦੇ। ਪਾਣੀ, ਹੁਣ ਪਾਣੀ ਮੰਗਦਾ ਤੇ ਪਾਣੀ ਨਹੀਂ ਮਿਲਦਾ, ਛਾਂ ਮੰਗਦਾ ਤੇ ਛਾਂ ਨਹੀਂ ਮਿਲਦੀ, ਕਿਉਂਕਿ ਦੁੱਖਦਾਈ ਹੈ ਨਾ। ਉੱਥੇ ਕੋਈ ਯਾਤਰਾ ਤੇ ਥੋੜੀ ਗਿਆ ਵੀ ਸਾਰੀਆਂ ਸਹੂਲਤਾਂ ਮਿਲਣੀਆਂ। ਕੇਵਲ ਦੁੱਖ ਮਿਲਣਗੇ। ਸੁੱਖ ਲੈਣ ਵਾਸਤੇ ਤੇ ਦੁਨੀਆ ਤੇ ਭੇਜਿਆ, ਇੱਥੇ ਮਾਣੇ ਨਾ ਦੁਨੀਆ ਨੂੰ ਦੁਖੀ ਕੀਤਾ।
ਕਹਿੰਦੇ ਜਦ ਫਿਰ ਦੁੱਖ ਮਿਲਦੇ ਆ, ਰੋਂਦਾ ਏ, ਮੰਗਦਾ ਏ, ਫਿਰ ਉੱਥੇ ਗੁਰੂ ਸਾਹਿਬ ਬਾਣੀ ਵਿੱਚ ਲਿਖਦੇ ਆ, ਜਿੰਨੇ ਬਚਨ ਤੁਸੀਂ ਸੁਣ ਰਹੇ ਹੋ ਕੋਈ ਗੁਰਬਾਣੀ ਤੋਂ ਬਾਹਰ ਨਹੀਂ ਹੈ। ਇੱਕ ਤੇ ਹੁੰਦਾ ਨਾ ਵੀ ਆਪਣੇ ਕੋਲੋਂ ਇੱਧਰੋਂ ਉੱਧਰੋਂ ਸੁਣਾ ਦੇਣਾ, ਨਹੀਂ ਭਾਈ, ਕੇਵਲ ਕੋਸ਼ਿਸ਼ ਹੁੰਦੀ ਹੈ ਜੋ ਗੁਰਮਤਿ ਦੀ ਰੌਸ਼ਨੀ ਵਿੱਚ ਸਹੀ ਹੋਵੇ ਉਹੀ ਸੁਣਾਇਆ। ਜਦ ਜਮਾਂ ਦੇ ਵਸ ਪੈਂਦਾ ਨਾ ਜੀਵ, ਫਿਰ ਉੱਥੇ ਮਹਾਰਾਜ ਕੀ ਲਿਖਦੇ, ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ। ਤੇਰੇ ਕਮਾਏ ਹੋਏ ਕਰਮ, ਕਰਮ ਕਿਹੜੇ ਸੀ? ਦਾਨ ਕੀਤਾ ਪਰ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲਾ ਨਹੀਂ ਬਣਿਆ, ਦਾਨੀ ਬਹੁਤ ਵੱਡਾ ਸੀ। ਧਰਮ ਕਮਾਉਂਦਾ ਰਿਹਾ, ਮੰਦਰ ਮਸਜਿਦ ਗੁਰਦੁਆਰੇ ਵੀ ਜਾਂਦਾ ਸੀ, ਧਰਮ ਦੇ ਕਾਰਜਾਂ 'ਚ ਅੱਗੇ ਹੋ ਬਹਿੰਦਾ ਸੀ। ਕਹਿੰਦੇ ਸਾਰੇ ਲੁੱਟੇ ਗਏ, ਜਮ ਜਾਗਾਤੀ। ਜਾਗਾਤ ਕਿਹਨੂੰ ਕਹਿੰਦੇ ਆ ਜੀ? ਇਹ ਫਾਰਸੀ ਦਾ ਬਚਨ ਹੈ। ਜਗਾਤ ਨਾਮ ਹੈ ਟੋਲ ਪਲਾਜ਼ਾ। ਪਲਾਜ਼ਾ ਸਮਝਦੇ ਹੋ ਨਾ? ਕਿਸੇ ਰੋਡ ਤੋਂ ਲੰਘੀਏ, ਬੜਾ ਵਧੀਆ ਲੱਗਦਾ ਰੋਡ, ਤੇ ਜੇਬ ਢਿੱਲੀ ਕਰਾ ਕੇ ਜਾਣਾ ਪੈਂਦਾ, ਨਹੀਂ ਜਾਣ ਨਹੀਂ ਦਿੰਦੇ। ਹੁਣ ਜਦ ਮਨੁੱਖ ਕਹਿੰਦਾ ਪਾਣੀ ਦੇ ਦਿਓ, ਜਦ ਇਹ ਕਹਿੰਦਾ ਮੈਨੂੰ ਛਾਂ ਇੱਕ ਪਲ ਦੀ ਦੇ ਦਿਓ, ਤੇ ਜਮਦੂਤ ਆਖਦੇ ਫਲਾਣੇ ਸਮੇਂ ਦਾ ਕਰਮ ਦੇ ਦਿਓ, ਤੂੰ ਦਾਨ ਕੀਤਾ ਸੀ, ਤੂੰ ਸਤ ਸੰਗ 'ਚ ਬੈਠਾ ਸੀ, ਕਿਉਂਕਿ ਗੁਰੂ ਵਾਲਾ ਤੇ ਬਣਿਆ ਨਹੀਂ ਹੈ, ਮਾਲਕ ਤੇ ਤਾਂ ਹੈ ਹੀ ਕੋਈ ਨਹੀਂ। ਤੇ ਫਿਰ ਉੱਥੇ ਦੁਖੀ ਹੋਇਆ, ਕਹਿੰਦਾ ਮੇਰਾ ਉਹ ਕਰਮ ਵੀ ਲੈ ਲਓ, ਮੇਰਾ ਉਹ ਧਰਮ ਵੀ ਲੈ ਲਓ, ਪਰ ਮੈਨੂੰ ਛੱਡ ਦਿਓ, ਛੱਡ ਦਿਓ। ਫੇਰ ਨਹੀਂ ਕੁਛ ਪਲ ਦਾ ਉਹਨਾਂ ਨੇ ਅਹਿਸਾਸ ਦਵਾਇਆ ਬੈਠਣ ਦਾ। ਮਹਾਰਾਜ ਕਹਿੰਦੇ ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੁਟੈ। ਕਹਿੰਦੇ ਜਿਉਂਦੇ ਜੀ ਉਸ ਕਰਤੇ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਉਹਦੀ ਬੰਦਗੀ ਕਰਿਆ ਕਰ, ਜਿਹਦਾ ਇੱਕ ਵਾਰ ਨਾਮ ਵਾਹਿਗੁਰੂ ਕਹਿਆ ਤੋ ਜੇ ਜਮਾਂ ਨੇ ਫੜ ਵੀ ਲਿਆ ਤੇ ਛੱਡ ਕੇ ਦੌੜ ਜਾਣਗੇ। ਕਿਵੇਂ ਛੱਡਣਗੇ? ਨਾਲ ਨਾਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ। ਜਦੋਂ ਨਾਰਾਇਣ ਪਰਮੇਸ਼ਰ ਨਾਲ ਹੋਇਆ, ਕਹਿੰਦੇ ਜਮਾਂ ਨੇ ਨੇੜੇ ਨਹੀਂ ਆਉਣਾ। ਪਰ ਸਾਹਿਬ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਪਾਦਾ ਜੀ, ਜਿਨ੍ਹਾਂ ਨੇ ਮਾੜੇ ਕਰਮ ਦੁਨੀਆ ਤੇ ਕੀਤੇ, ਨਾਲ ਨਾਲ ਪੁੰਨ ਦਾਨ ਵੀ ਕਰਦੇ ਰਹੇ ਨਾ, ਕਹਿੰਦੇ ਜਮਾਂ ਨੇ ਫਿਰ ਉਹਨਾਂ ਨੂੰ ਤਪ ਦੇ ਕੜਾਹਿਆਂ ਵਿੱਚ ਸੁੱਟਿਆ, ਤੇਲ ਦੇ ਕੜਾਹਿਆਂ 'ਚ ਉਬਾਲਿਆ ਗਿਆ, ਉੱਥੇ ਤੜਫਾਇਆ ਜਾਂਦਾ ਏ। ਦੋਹਰ ਲੋਹਖੰਡ ਕਰ ਅਗਨ ਵਟ, ਮੁਖ ਪਾਵਹਿ ਕਰ ਮਾਰਾ। ਕਹਿੰਦੇ ਲੋਹੇ ਦੇ ਟੁਕੜਿਆਂ ਨੂੰ ਖੰਡ ਕਹੀਏ, ਟੁਕੜੇ ਅੱਗ ਦੇ ਵਿੱਚ ਲਾਲ ਕਰ ਕਰਕੇ, ਜਿਹੜੇ ਮੁਖ ਤੋਂ ਕਰਦਾ ਸੀ ਨਿੰਦਿਆ, ਜਿਹੜੀ ਜ਼ੁਬਾਨ ਨਾਲ ਕਰਦਾ ਸੀ ਆਪਣੀਆਂ ਸਿਫਤਾਂ, ਕਹਿੰਦੇ ਨਾਲ ਵਿੱਚ ਪਾ ਕੇ ਮੂੰਹ ਵਿੱਚ ਪਾਉਂਦੇ ਆ। ਜਦ ਉਹ ਲੋਹਾ ਅੰਦਰ ਜਾਂਦਾ ਹੈ, ਇਕੱਠਾ ਕਰਦਾ ਜਾਂਦਾ ਸਾਰਾ ਕੁਝ। ਇੱਥੇ ਤੇ ਆਪਾਂ ਕਿਤੇ ਸੇਕ ਕੋਲ ਨਹੀਂ ਖੜਦੇ, ਲੋਹੇ ਦੇ ਸੇਕ ਕੋਲ ਨਹੀਂ ਖੜਦੇ। ਕਹਿੰਦੇ ਧਰਮ ਰਾਜ ਦੀ ਕਚਹਿਰੀ ਵਿੱਚ ਇਨਸਾਫ ਹੁੰਦਾ, ਉੱਥੇ ਤਰਸ ਨਾਮ ਦੀ ਚੀਜ਼ ਕੋਈ ਨਹੀਂ। ਜਿਹਨੇ ਆਪਣਾ ਜੀਵਨ ਨਹੀਂ ਸਵਾਰਿਆ ਤੇ ਉਹ ਕਿਉਂ ਸਵਾਰਨਗੇ? ਉੱਥੇ ਖਰੇ ਆ, ਜੱਜ ਹੈ ਨਾ ਦੁਨਿਆਵੀ ਤੌਰ ਤੇ ਵੀ। ਬੰਦੇ ਨੇ ਭਾਵੇਂ ਕਤਲ ਕੀਤਾ ਨਹੀਂ ਕੀਤਾ, ਸਬੂਤ ਉਹਦੇ ਹੱਕ 'ਚ ਬੋਲਦੇ ਆ ਇਹਨੇ ਕੀਤਾ ਏ, ਤੇ ਜੋ ਰੋਈ ਵੀ ਜਾਵੇ, ਪੈਰ ਵੀ ਫੜੇ, ਜੱਜ ਥੋੜਾ ਤਰਸ ਕਰਦਾ ਹੈ। ਉਹ ਕਹਿੰਦਾ ਨਹੀਂ ਬਾਈ ਸੌਰੀ, ਇਹ ਮੇਰੇ ਵੱਸ ਦਾ ਕੰਮ ਨਹੀਂ ਹੈ, ਤੂੰ ਅਪਰਾਧ ਕੀਤਾ, ਤੈਨੂੰ ਭੁਗਤਣਾ ਪੈਣਾ, ਕਲਮ ਤੋੜ ਕੇ ਫਾਂਸੀ ਦੇ ਕੇ ਉੱਠ ਲੈਂਦਾ। ਇਹ ਤੇ ਦੁਨਿਆਵੀ ਅਦਾਲਤਾਂ ਨੇ ਨਾ, ਪਰ ਰੱਬ ਦੀ ਕਚਹਿਰੀ ਵਿੱਚ ਨਾ ਅਪੀਲ ਹੈ, ਨਾ ਵਕੀਲ ਹੈ, ਨਾ ਦਲੀਲ ਹੈ। ਉੱਥੇ ਤੇਰੇ ਚਿੱਤਰਗੁਪਤ ਨੇ ਲੇਖਾ ਦੇਣਾ ਹੈ। ਕਹਿੰਦੀ ਫਿਰ ਲੋਹੇ ਦੇ ਟੁਕੜੇ ਲਾਲ ਕਰਕੇ ਪਾਣੀ ਵਾਂਗੂ ਤੇਰੇ ਮੂੰਹ ਵਿੱਚ ਪਾਏ ਜਾਣੇ ਆ। ਜਿਸ ਮੁਖ ਦੇ ਨਾਲ ਬੰਦਾ ਆਪਣੀ ਸਿਫਤ ਗੈਰਾਂ ਦੀ ਨਿੰਦਿਆ ਕਰਦਾ ਸੀ। ਦਾਰਨ ਦੁਖਤ ਪੁਕਾਰਹੀ, ਕੋਈ ਨਾ ਸੁਣਹਿ ਪੁਕਾਰ। ਕਹਿੰਦੇ ਕੋਈ ਉੱਥੇ ਪੁਕਾਰ ਨਹੀਂ ਸੁਣਦਾ। ਸਤਿਗੁਰ ਵੀ ਆਖਦੇ ਨੇ ਕੋਈ ਨਾ ਸੁਣਿਆ ਪੁਕਾਰਾ ਰਾਮ, ਤੇਰੀ ਕਿਸੇ ਨੇ ਚੀਖ ਨਹੀਂ ਸੁਣਦੀ। ਬੜਾ ਰੋਏਗਾ, ਉੱਚੀ ਉੱਚੀ ਕੂਕੇਗਾ। ਫਿਰ ਸਤਿਗੁਰ ਇਹ ਵੀ ਆਖਦੇ ਆ ਤਪਤ ਥੰਮ ਗਲ ਲਾਤੇ ਆ। ਬੰਦਿਆ ਇੱਥੇ ਭਾਵੇਂ ਸੁੱਖਾਂ ਦੀਆਂ ਫੁੱਲਾਂ ਦੀਆਂ ਸੇਜਾਂ ਤੇ ਸੋਈ, ਉੱਥੇ ਤੈਨੂੰ ਤੇਰੇ ਕਰਮਾਂ ਕਰਕੇ ਤੱਤਿਆਂ ਥੰਮਾਂ ਨਾਲ ਜੱਫੀਆਂ ਪਵਾਉਣੀਆਂ ਪੈਣਗੀਆਂ। ਲਾਲ ਸੂਹੇ ਲੋਹੇ ਦੇ ਥੰਮ ਜੱਫੀਆਂ ਪਵਾਈਆਂ ਜਾਣਗੀਆਂ। ਤੈਨੂੰ ਤੇਰੇ ਕੀਤੇ ਕਰਮਾਂ ਦਾ ਅਹਿਸਾਸ ਕਰਾਇਆ ਜਾਏਗਾ। ਤੂੰ ਖੁਦ ਮੰਨੇਗਾ ਮੈਂ ਪਾਪ ਕੀਤੇ, ਮੈਨੂੰ ਦੁਬਾਰਾ ਜਨਮ ਦਿੱਤਾ ਜਾਏ, ਪਰ ਜਨਮ ਨਹੀਂ ਮਿਲਣਾ। ਫੇਰ ਤੂੰ ਤਰਸੇਗਾ। ਚੌਪਈ ਇਤਿਆਦਿਕ ਦੁਖ ਨਰਕ ਅਨੇਕਾ,
ਪਾਮਹਿ ਨਾਮ ਹੀਨ ਅਬ ਵਿਕਾਰ। ਸਾਹਿਬ ਆਖਦੇ ਕਹਿੰਦੇ ਪਾਦਾ ਜੀ ਇਹ ਤੇ ਕੁਛ ਵੀ ਨਹੀਂ ਦੱਸਿਆ ਤੁਹਾਨੂੰ, ਇੱਕ ਟੂਕ ਮਾਤਰ ਦੱਸਿਆ। ਇਤਿਆਦਿਕ ਨਰਕਾਂ ਦੇ ਦੁੱਖ ਬੜੇ, ਨਰਕ ਕੋਈ ਇੱਕ ਨਹੀਂ 18 ਕੁੰਭੀ ਨਰਕ ਨੇ। ਨਰਕ ਕਿਹਨੂੰ ਕਹਿੰਦੇ ਆ? ਸੌਖਾ ਜਿਹਾ ਸਮਝੀ ਆ ਸੀਵਰੇਜ ਆ ਨਾ, ਗੰਦਗੀ ਵਾਲੀ, ਖੜਿਆ ਜਾਂਦਾ ਕੋਲੇ। ਇਹੋ ਜਿਹੇ 18 ਕੁੰਭੀ ਨਰਕ ਜਿਹੜੇ ਹਮੇਸ਼ਾ ਉਬਲਦੇ ਰਹਿੰਦੇ ਨੇ, ਜਿਹਦੇ ਵਿੱਚ ਮਨੁੱਖ ਦੀ ਉਸ ਕਾਰਨ ਸਰੀਰ ਨੂੰ ਸੁੱਟਿਆ ਜਾਂਦਾ ਸੂਖਸ਼ਮ ਨੂੰ, ਤੇ ਪਤਾ ਨਹੀਂ ਕਿੰਨੇ ਜਨਮਾਂ ਤੱਕ ਵਿੱਚ ਹੀ ਰਹਿਣਾ, ਸੜਨਾ ਪੈਂਦਾ, ਕਲਪਣਾ ਪੈਂਦਾ। ਕਹਿੰਦੇ ਕੋਈ ਉੱਥੇ ਪੁਕਾਰ ਨਹੀਂ ਸੁਣਦਾ, ਕੋਈ ਤੇਰੇ ਤੇ ਤਰਸ ਨਹੀਂ ਕਰਦਾ। ਇਹ ਹਾਲਤ ਕਿਹਨਾਂ ਦੀ ਹੈ? ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਨਹੀਂ ਜਪਦੇ। ਗੁਰੂ ਵਾਲਾ ਜਿਹੜਾ ਨਹੀਂ ਬਣਦਾ ਨਾ, ਉਹਦੇ ਕੀਤੇ ਕਰਮ ਧਰਮ ਸਿਰਫ ਇੱਕ ਜਾਬਤਾ ਪੂਰਾ ਕਰਨਾ, ਇੱਕ ਹੌਸਲਾ ਬਣ। ਜੇ ਆਹ ਗੱਲ ਹੁੰਦੀ ਤੇ ਮਰਦ ਨੂੰ ਕੀ ਲੋੜ ਸੀ? ਕਲਗੀਧਰ ਪਾਤਸ਼ਾਹ ਨੂੰ ਆਪਣੇ ਪਰਿਵਾਰ ਨੂੰ ਵੀ ਅੰਮ੍ਰਿਤ ਛਕਾਉਂਦੇ, ਸਿੱਖਾਂ ਨੂੰ ਵੀ ਛਕਾ ਰਹੇ ਆ, ਆਪ ਵੀ ਛਕਿਆ ਉਹਨਾਂ ਨੇ, ਸਭ ਨੂੰ ਛਕਾਇਆ। ਬਾਰ-ਬਾਰ ਬਾਣੀ ਕਿਉਂ ਕਹਿੰਦੀ ਗੁਰੂ ਵਾਲੇ ਬਣੋ ਭਾਈ, ਗੁਰੂ ਧਾਰਨ ਕਰੋ, ਗੁਰੂ ਦਾ ਉਪਦੇਸ਼ ਲਵੋ। ਇਸੇ ਕਰਕੇ ਬਿਨਾਂ ਗੁਰੂ ਤੋਂ ਗਤ ਨਹੀਂ ਹੋਣੀ। ਬਾਝ ਗੁਰੂ ਡੁੱਬਾ ਸੰਸਾਰ, ਗੁਰੂ ਬਾਝੋ ਤੇ ਸੰਸਾਰ ਡੁੱਬਦਾ ਏ, ਨਰਕਾਂ ਵਿੱਚ ਗੋਤੇ ਖਾਂਦਾ ਏ। ਪਰ ਜਿਹਦਾ ਸਤਿਗੁਰ ਪੂਰਾ ਹੋਏਗਾ ਨਾ, ਮੰਨ ਲਓ ਜੇ ਆਪਾਂ ਗੁਰੂ ਵਾਲੇ ਬਣ ਗਏ, ਸਾਥੋਂ ਗਾਹੇ ਵਗਾਹੇ ਬੜੇ ਮਾੜੇ ਕਰਮ ਹੋਏ ਹੋਣਗੇ। ਉੱਥੇ ਕਲਗੀਧਰ ਪਾਤਸ਼ਾਹ ਨੇ ਆਖਿਆ ਮੇਰੇ ਸਿੱਖ ਤੋਂ ਜਾਣੇ ਅਣਜਾਣੇ ਗਲਤੀਆਂ ਹੋਈਆਂ ਹੋਣਗੀਆਂ, ਨਰਕ 'ਚ ਵੀ ਡਿੱਗਿਆ ਨਾ, ਮੈਂ ਕਾਢੀ ਨਰਕ ਤੇ ਤੂੰ। ਕਹਿੰਦੇ ਮੈਂ ਆਪਣੇ ਸਿੱਖ ਨੂੰ ਕੇਸਾਂ ਤੋਂ ਫੜ ਕੇ ਨਰਕ 'ਚ ਧੂ ਕੇ ਕੱਢ ਲਾਂਗਾ। ਆਖੋ ਸਤਿਨਾਮ। ਇਹ ਡਿੱਗਣ ਨਹੀਂ ਦੇਣਾ। ਕੋਈ ਗੱਲ ਨਹੀਂ, ਇੱਕ ਵਾਰ ਸਹੀ, 2 ਵਾਰ ਸਹੀ। ਸਾਹਿਬ ਕਹਿੰਦੇ ਜੋ ਮੇਰਾ ਏ ਉਹਨੂੰ ਮੈਂ 100 ਵਾਰ ਸਿੱਖ ਬਣਾਵਾਂਗਾ। ਕਿਤੇ ਸੁਧਰ ਤੇ ਜਾਵੇ, ਕਿਤੇ ਸਬਰ ਤੇ ਜਾਵੇ। ਗੁਰੂ ਵਾਲੇ ਬਣਨ ਦਾ ਇਹ ਫਾਇਦਾ ਹੁੰਦਾ ਹੈ, ਦੁਨੀਆ ਛੱਡ ਸਕਦੀ ਪਰ ਗੁਰੂ ਪਿਆਰਾ ਨਹੀਂ ਛੱਡਦਾ। ਗੁਰੂ ਨਾਨਕ ਸਾਹਿਬ ਦੇ ਬੋਲ ਪਾਦਾ ਜੀ ਨੂੰ ਅੰਦਰੋਂ ਹਿਲਾ ਗਏ। ਮਰਦ ਕਹਿੰਦੇ ਨਾਮ ਤੋਂ ਹੀਣੇ ਪੁਰਸ਼ਾਂ ਦੀ ਸਾਖਤ ਲੋਕਾਂ ਦੀ ਇਹ ਦਸ਼ਾ ਹੁੰਦੀ ਹੈ। ਇਸੇ ਕਰਕੇ ਗੁਰੂ ਆਖਦੇ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੋ ਜਾਈਏ ਭਾਗ। ਭਾਗੀ ਨੂੰ ਕਹਿੰਦੇ ਭੱਜਣ ਨੂੰ। ਸਾਖਤ ਕੌਣ ਹੈ? ਜਿਹੜਾ ਨਾਮ ਨਹੀਂ ਜਪਦਾ। ਸਾਖਤ ਕੌਣ ਹੈ? ਜਿਹੜਾ ਗੁਰੂ ਵਾਲਾ ਨਹੀਂ ਬਣਿਆ। ਸਾਹਿਬ ਕਹਿੰਦੇ ਉਹ ਸਾਖਤਾਂ ਦਾ ਸੰਗ ਨਹੀਂ ਕਰਨਾ, ਸਾਥੀ ਨਹੀਂ ਬਣਨਾ। ਜੇ ਤੈਨੂੰ ਸਾਖਤ ਬੰਦਾ ਕਿਤੇ ਲੱਭਦਾ ਜਿਹੜਾ ਗੁਰੂ ਵਾਲਾ ਨਹੀਂ ਨਾ ਬਣਿਆ, ਪਿਆਰਿਆਂ ਨੂੰ ਵੇਖ ਕੇ ਪਿੱਛੇ ਨੂੰ ਭੱਜ ਲਾ, ਉਹਦਾ ਪਰਛਾਵਾ ਵੀ ਤੇਰੇ ਲਈ ਮਾੜਾ। ਸਤਿਨਾਮ। ਕਿਉਂਕਿ ਨਗੁਰਾ ਹੈ। ਓਏ ਅਸੀਂ ਤੇ ਨਗੁਰਿਆਂ ਦੀ ਝੂਠ ਨਹੀਂ ਛੱਡਦੇ, ਅਸੀਂ ਤੇ ਸਾਖਤ ਲੋਕਾਂ ਦਾ ਸੰਗ ਨਹੀਂ ਛੱਡਦੇ। ਬਾਣੀ ਕਹਿੰਦੀ ਜੇ ਤਰਨਾ ਏ ਨਾਮ ਜਪ ਕੇ ਜੀਵਨ ਸੁਧਾਰਨਾ ਤੇ ਸਾਖਤਾਂ ਤੋਂ ਭੱਜਿਆ ਕਰ। ਸਾਖਤ ਸੰਗ ਜਿਉ ਬਿਛੂਆ ਡਸਾਨਾ। ਕਹਿੰਦੇ ਜਿਵੇਂ ਬਿੱਛੂ ਦਾ ਡੰਗ ਆ ਨਾ, ਸਾਖਤ ਬੰਦੇ ਦਾ ਸੰਗ ਇੰਨਾ ਮਾੜਾ ਦਰਦਨਾਕ ਹੈ। ਤੈਨੂੰ ਰੱਬ ਨਾਲ ਜੁੜੇ ਨੂੰ ਵੀ ਉਹ ਤੋੜ ਦੇਵੇਗਾ, ਤੈਨੂੰ ਰੱਬ ਤੋਂ ਦੂਰ ਕਰ ਦੇਵੇਗਾ। ਗੁਰੂ ਸਾਹਿਬ ਦੇ ਬਚਨ ਸੁਣ ਕੇ ਪਾਦਾ ਜੀ ਨੇਤਰਾਂ ਚੋਂ ਅੱਥਰੂ ਵਹਾਉਂਦੇ ਆ। ਮਰਦ ਕਹਿੰਦੇ ਭਾਈ ਆ ਦੁੱਖ ਨੇ ਉਹਨਾਂ ਨੂੰ ਜਿਨ੍ਹਾਂ ਕਦੇ ਨਾਮ ਜਪਿਆ ਨਹੀਂ। ਕਰਤ ਵਿਕਾਰਨ ਬੈਸ ਬਿਤਾਈ, ਕਬਹੁ ਨ ਸਿਮਰਨ ਮਿਹ ਲਿਵ ਲਾਈ। ਜਿਨ੍ਹਾਂ ਨੇ ਕਦੇ ਸਿਮਰਨ ਦੇ ਵਿੱਚ ਆਪਣੀ ਲਿਵ ਨਹੀਂ ਜੋੜੀ, ਆਪਣੀ ਸੁਰਤ ਨਹੀਂ ਜੋੜੀ, ਬਸ ਦੁਨੀਆ ਦੇ ਔਗਣਾਂ ਨੂੰ ਫਰੋਲਿਆ। ਬੈਸ ਉਮਰ ਬਿਹਾ ਦਿੱਤੀ ਹੈ। ਲੰਬੀਆਂ ਉਮਰਾਂ ਬੰਦੇ ਦੀਆਂ ਹੋ ਜ਼ਰੂਰ ਗਈਆਂ, ਪਰ ਰੱਬ ਦੇ ਨਾਮ ਤੋਂ ਬਗੈਰ ਜਿਹੜੀ ਉਮਰ ਗੁਜ਼ਾਰੀ ਉਹ ਉਮਰ ਨਹੀਂ ਹੈ, ਉਹ ਨਰਕ ਹੈ। ਜਦੋਂ ਗੁਰੂ ਵਾਲਾ ਬਣ ਜਾਂਦਾ, ਨਾਮ ਜਪਦਾ, ਉਦੋਂ ਕਹਿੰਦਾ ਹੁਣ ਮੈਨੂੰ ਲੱਗਦਾ ਮੇਰਾ ਜੀਵਨ ਸੁਧਰ ਗਿਆ, ਸਵਰਗ ਬਣ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਇਹ ਅੰਮ੍ਰਿਤ ਬਚਨ ਆਪਣੀ ਰਸਨਾ ਤੋਂ ਕਹਿ ਰਹੇ ਆ। ਗੁਰੂ ਨਾਨਕ ਸਾਹਿਬ ਦਾ ਬਚਨ ਸਦਾ ਅਟਲ ਹੈ, ਉਹ ਕਦੇ ਟਲਦਾ ਨਹੀਂ। ਜਿਉ ਤਸਕਰ ਕੋ ਤਰਾਸਤ ਵੀਰੀ, ਕੋ ਨ ਸ਼ਰਾਵਹਿ ਅਵਗੁਣ ਹੀਰੀ। ਪਾਦਾ ਜੀ ਕਹਿੰਦੇ ਮਹਾਰਾਜ ਜੀ ਨੇ ਮਾੜੇ ਮੋਟੇ ਕਰਮ ਧਰਮ ਕੀਤੇ ਹੋਏ ਆ, ਕੀ ਦਰਗਾਹ ਚ ਉਹਨੂੰ ਕੋਈ ਛਡਾਉਂਦਾ ਹੈ? ਮਰਦ ਕਹਿੰਦੇ ਨਹੀਂ, ਕੋਈ ਨਹੀਂ ਛਡਾਉਂਦਾ। ਕਿਉਂ? ਪ੍ਰਮਾਣ ਗੁਰੂ ਸਾਹਿਬ ਨੇ ਦਿੱਤਾ। ਕਹਿੰਦੇ ਕੋਈ ਚੋਰ ਚੋਰੀ ਕਰਕੇ ਫੜਿਆ ਗਿਆ, ਦੁਨੀਆ ਲੱਗੀ ਕੁੱਟਣ, ਦੱਸੋ ਕੌਣ ਛਡਾਉਂਦਾ? ਚੋਰ ਕੀ ਹਾਵਾ ਭਰੇ ਨਾ ਕੋਈ, ਭਰਦਾ ਕੋਈ ਚੋਰ ਦੀ ਹਾਵੀ। ਅੱਗੇ ਸਾਹਿਬ ਆਖਦੇ ਆ ਚੋਰ ਕੀਆ ਚੰਗਾ ਕਿਉਂ ਹੋਏ। ਕਹਿੰਦੇ ਚੋਰ ਨੇ ਚੋਰੀ ਕੀਤੀ, ਚੰਗਾ ਕੰਮ ਥੋੜੀ। ਅਗਲਾ ਕਹਿੰਦਾ ਯਾਰ 2 ਡਾਂਗਾ ਮੈਂ ਮਾਰੂ, ਅੱਜ ਤੁਹਾਡੇ ਚੋਰੀ ਕੀਤੀ, ਕੱਲ ਨੂੰ ਸਾਡੇ ਕਰ ਲੂਗਾ।
ਕਹਿੰਦੇ ਧਰਮ ਰਾਜ ਦੀ ਕਚਹਿਰੀ ਵਿੱਚ ਬੰਦਾ ਆਪਣੇ ਕਰਮਾਂ ਕਰਕੇ ਚੋਰ ਹੈ। ਇਹਨੂੰ ਜਨਮ ਕਾਦੇ ਵਾਸਤੇ ਮਿਲਿਆ ਸੀ? ਭਈ ਪ੍ਰਾਪਤ ਮਾਨੁਖ ਦੇ ਹੋਈਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਜਨਮ ਤੇ ਇਸ ਵਾਸਤੇ ਮਿਲਿਆ ਸੀ। ਇਹ ਕੀ ਕਹਿੰਦਾ ਹੈ? ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦਿਖਾਇਓ। ਇਹ ਤੇ ਇਸ ਪਾਸੇ ਤੁਰਿਆ ਹੋਇਆ। ਗੁਰੂ ਸਾਹਿਬ ਕਹਿੰਦੇ ਉਹ ਤੋਂ ਦੁੱਖ ਪਾਉਣੇ ਪੈਣੇ। ਕਿਸੇ ਨੇ ਪੁਕਾਰ ਸੁਣ ਕੇ ਇਹਦੀ ਹਾਮੀ ਭਰਨੀ ਨਹੀਂ। ਤਿਉ ਜਮ ਕੇ ਟਿਗ ਗਇਓ ਅਕੀਲਾ, ਅਨਕ ਜਤਨਾ ਮਾਹੀ ਦਹਿਲਾ। ਕਹਿੰਦੇ ਜਮਾਂ ਦੀ ਕਚਹਿਰੀ ਵਿੱਚ ਜਮਾਂ ਦੇ ਨਾਲ ਇਹਨੂੰ ਇਕੱਲਿਆਂ ਜਾਣਾ ਪੈਣਾ ਹੈ। ਇੱਥੇ ਤੇ ਮਾਇਆ ਧਾਰੀ ਬੰਦਾ ਕਿਤੇ ਜਾਂਦਾ 20 ਬੰਦੇ ਲੈ ਕੇ ਜਾਂਦਾ ਹੈ। ਦੁਖੀ ਹੋਵੇ ਤਾਂ ਵੀ 20, ਸੁਖੀ ਹੋਵੇ ਤਾਂ 50 ਬੰਦੇ, ਕਿਤੇ ਇਕੱਲਾ ਜਾ ਕੇ ਰਾਜੀ। ਪਰ ਕਹਿੰਦੇ ਜਮਾਂ ਦੀ ਕਚਹਿਰੀ ਵਿੱਚ ਇਕੱਲੇ ਨੂੰ ਜਾਣਾ ਪੈਣਾ। ਉਹ ਜਿਹੜਾ ਟੱਬਰ ਟੀਰ ਸੀ ਨਾ ਇਹਦਾ, ਮਿੱਤਰ ਯਾਰ ਦੋਸਤ ਪਰਿਵਾਰ ਵਾਲੇ, ਉਹ ਤੇ ਰਿਸ਼ਤਿਆਂ ਦੇ ਡੱਕੇ ਸ਼ਮਸ਼ਾਨ 'ਚ ਹੀ ਤੋੜ ਕੇ ਆ ਗਏ। ਕਹਿੰਦੇ ਤੂੰ ਸਾਡਾ ਅੱਜ, ਤੂੰ ਅਸੀਂ ਤੇਰੇ ਨਹੀਂ, ਕਦੇ ਸਾਡੇ ਆਵੀਂ ਨਾ ਖੋਸਾ ਦਾ ਨਾਮ ਉੱਤੇ ਛੱਡ ਗਏ। ਆਕੇ ਹੰਸ ਅਕੇਲਾ। ਮਰਦ ਕਹਿੰਦੇ ਭਾਈ ਤੇਰੇ ਨਾਲ ਕੌਣ ਆ? ਹੰਸ ਨਾਮ ਹੈ ਮਨੁੱਖ ਦੀ ਸੂਖਸ਼ਮ ਰੂਹ ਦਾ। ਕਹਿੰਦੇ ਹੰਸ ਇਕੱਲਾ ਜਾਂਦਾ ਅੱਗੇ ਜਮਾਂ ਦੇ ਕੋਲੇ। ਜਦੋਂ ਉਹਨਾਂ ਰਾਹਾਂ ਤੋਂ ਲੰਘਦਾ ਜਿੱਥੇ ਬਿਲਕੁਲ ਹਨੇਰਾ, ਠੋਕਰਾਂ ਨੇ, ਇਹਦੀ ਕੋਈ ਪੁਕਾਰ ਨਹੀਂ ਸੁਣਦਾ। ਸਾਰੀ ਜ਼ਿੰਦਗੀ ਲੋਕਾਂ ਨੂੰ ਲੈ ਕੇ ਫਿਰਦਾ ਸੀ, ਅੱਜ ਇਕੱਲਾ ਤੁਰਿਆ ਜਾਂਦਾ ਹੈ। ਆਪਣੇ ਆਪ ਤੇ ਤਰਸ ਆਉਂਦਾ, ਰੋਂਦਾ ਏ, ਕੁਰਲਾਉਂਦਾ ਏ, ਚੀਕਦਾ ਏ, ਇਹਦੀ ਕੋਈ ਪੁਕਾਰ ਸੁਣਦਾ ਨਹੀਂ। ਦੋਹਰਾ ਸੁਤ ਬੰਤ ਦਿਕ ਰਾਜ ਸੁਖ, ਸਭੇ ਪਦਾਰਥ ਪਾਸ। ਜਦੋਂ ਪਾਦਾ ਜੀ ਨੇ ਸੁਣਿਆ, ਕਹਿੰਦਾ ਮਹਾਰਾਜ ਮੈਂ ਸੁਣਿਆ ਸੀ ਵੀ ਪੁੱਤਰ ਦਾ ਘਰੇ ਜੰਮਣਾ, ਸੋਹਣੀ ਪਤਨੀ ਹੋਣੀ, ਆਗਿਆਕਾਰ ਸੁਸ਼ੀਲ, ਚੰਗੀ ਦੌਲਤ ਹੋਣੀ, ਘਰ 'ਚ ਚੰਗੇ ਨੌਕਰ ਹੋਣੇ, ਚੰਗੇ ਕਰਮਾਂ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਇਹ ਗਲਤ ਸੁਣਿਆ। ਕੌਣ ਕਹਿੰਦਾ ਹੈ ਪੁੱਤ ਜੰਮਣਾ ਘਰੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ? ਫਿਰ ਤੇ ਬੜੇ ਭਗਤ ਸਾਧੂ ਐਸੇ ਜਿਨ੍ਹਾਂ ਦੇ ਘਰੇ ਪੁੱਤ ਨਹੀਂ ਹੁੰਦੇ, ਬੜੇ ਐਸੇ ਆ ਜੀ। ਮਹਾਰਾਜਾ ਰਣਜੀਤ ਸਿੰਘ ਦੇ ਘਰ ਹੋਇਆ ਕੋਈ? ਅੱਗੇ ਦੱਸੋ ਉਹਨਾਂ ਦੀ ਵੰਸ਼ਵਧੀ ਹੋਵੇ। ਫਿਰ ਤੇ ਉਹ ਵੀ ਜੰਮੇ ਨਾ ਜੰਮੇ ਨਹੀਂ ਪਿਆ। ਦੁਨੀਆ ਨੂੰ ਲੱਗਦਾ ਹੈ ਸੁੱਤ ਪੁੱਤ ਬਿੱਦ ਇਹ ਸੁਖਦਾਈ ਨੇ। ਮਰਦ ਕਹਿੰਦੇ ਨਹੀਂ, ਇਹ ਦੁੱਖਾਂ ਦਾ ਕਾਰਨ ਨੇ। ਭਾਈ ਸੁੱਤ ਦਾਰਾ ਅਰ ਲక్ష్ਮੀ ਪਾਪੀ ਕੇ ਵੀ ਹੋਏ। ਤੁਲਸੀਦਾਸ ਰਮਾਇਣ ਵਿੱਚ ਲਿਖਦੇ ਆ, ਕਹਿੰਦੇ ਸੋਹਣਾ ਪੁੱਤਰ, ਸੋਹਣੀ ਪਤਨੀ, ਚੰਗੀ ਦੌਲਤ ਇੱਕ ਪਾਪੀ ਬੰਦੇ ਦੇ ਘਰ ਵੀ ਹੈ। ਦੱਸੋ ਜੀ, ਜਿਨ੍ਹਾਂ ਨੇ ਦੁਨੀਆ ਦੇ ਕਤਲੇਆਮ ਕੀਤੇ ਉਹਨਾਂ ਦਾ ਪਰਿਵਾਰ ਸੋਹਣਾ ਨਹੀਂ? ਪੁੱਤ ਹੈ ਨਹੀਂ ਉਹਨਾਂ ਦੇ? ਧੀਆਂ ਪੁੱਤਾਂ ਪਿੱਛੇ ਤੇ ਇੰਨਾ ਕੁਛ ਕੀਤਾ ਉਹਨਾਂ ਨੇ। ਅੱਜ ਕਿੰਨਾ ਕੁਝ ਕਰਦੀਆਂ ਸਰਕਾਰਾਂ, ਕਿਹਦੇ ਲਈ ਕਰਦੀਆਂ? ਧੀਆਂ ਪੁੱਤਾਂ ਲਈ ਕਰਦੀਆਂ। ਲੋਕ ਕਿਹਦੇ ਲਈ ਕਰਦੇ? ਆਪਣੇ ਪਰਿਵਾਰਾਂ ਲਈ ਕਰਦੇ ਆ ਨਾ। ਮਰਦ ਕਹਿੰਦੇ ਆ ਜਿਹੜਾ ਸੁੱਤ ਹੋਣਾ, ਪੁੱਤ, ਧਨ ਦੌਲਤ, ਰਾਜ ਭਾਗ, ਇਹਨੂੰ ਇਹ ਨਾ ਕੋਈ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਇਹ ਤੇ ਬ੍ਰਹਮਣ ਨੇ ਬੜੇ ਤਰੀਕੇ ਨਾਲ ਸਾਡੇ ਦਿਮਾਗ ਵਿੱਚ ਪਾਇਆ ਹੈ। ਜੇ ਕਿਤੇ ਆਹੀ ਚੀਜ਼ਾਂ ਸਾਰਾ ਕੁਝ ਹੁੰਦੀਆਂ ਤੇ ਕਲਗੀ ਵਾਲੇ ਨੂੰ ਕੀ ਲੋੜ ਸੀ ਅਨੰਦਪੁਰ ਨੂੰ ਉਜੜਨ ਦੇਣ ਦੀ? ਉੱਥੇ ਕਹਿੰਦੇ ਅਸੀਂ ਰਾਜ ਕਰਦੇ ਆ ਭਾਈ, ਅਸੀਂ ਤੇ ਮੌਜਾਂ ਕਰਦੇ ਆ, ਕੀ ਲੋੜ ਸੀ? ਕੀ ਲੋੜ ਪਈ ਸੀ ਗੁਰੂ ਕੇ ਸਿੰਘਾਂ ਨੂੰ ਸ਼ਹਾਦਤਾਂ ਦੇ ਜਾਮ ਪੀਣ ਦੀ? ਚੰਗੇ ਭਲੇ ਘਰ-ਬਾਰ ਵਸਦੇ ਸੀ। ਭਾਈ ਤਾਰੂ ਸਿੰਘ ਨੇ ਖੋਪਰਾ ਲਹਾ ਲਿਆ, ਕਿੰਨੇ ਏਕੜ ਜ਼ਮੀਨ ਦਾ ਮਾਲਕ ਸੀ, ਕਦੇ ਇਤਿਹਾਸ ਪੜ੍ਹੋ। ਉਹਨੂੰ ਕੀ ਲੋੜ ਸੀ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਣ ਦੀ? ਜੂਹਾਂ ਵਿੱਚ ਲੁਕੇ ਹੋਏ ਸਿੰਘਾਂ ਨੂੰ ਰੋਟੀ ਖਵਾਉਣ ਦੀ ਕੀ ਲੋੜ ਸੀ? ਸਭ ਕੁਝ ਸੀ ਉਹਦੇ ਕੋਲੇ। ਨਹੀਂ, ਇਹ ਜੋ ਕੋ ਜਾਣਾ, ਜੇ ਰੱਬ ਦਾ ਨਾਮ ਯਾਦ ਨਹੀਂ ਆਉਂਦਾ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ। ਇਹ ਬਾਣੀ ਕਹਿ ਰਹੀ ਹੈ। ਮਰਦ ਕਹਿੰਦੇ ਪੁੱਤਰ ਨਾਮ ਪੁੱਤ ਦਾ ਹੈ, ਕਲੱਤਰ ਨਾਮ ਇਸਤਰੀ ਦਾ ਹੈ, ਗ੍ਰਸਤ ਨਾਮ ਗ੍ਰਸਤੀ ਧਰਮ ਹੈ। ਕਹਿੰਦੇ ਇਹ ਭਾਈ ਇੱਕ ਫਾਸਾ, ਇੱਕ ਫਾਹੀ ਹੈ, ਨਰਕ ਦੀ ਫਾਹੀ। ਕਦੋਂ? ਜਦ ਇਹ ਰੱਬ ਨਾਲ ਜੁੜਨ ਨਹੀਂ ਦਿੰਦੀ। ਕਦੋਂ ਨਹੀਂ ਜੁੜਨ ਦਿੰਦੀ? ਮਰਦ ਨੇ ਕਿਹਾ ਸੀ ਨਾ, ਜਾਲ ਮੋਹ ਘਸ ਮਸ ਕਰ। ਜਦੋਂ ਮੋਹ ਦੀ ਜਾਲ ਪਈ ਹੈ, ਜਦ ਮੋਹ ਦਾ ਜਾਲ ਪਿਆ ਨਾ, ਫਿਰ ਇਹ ਪਰਿਵਾਰ ਬੰਦੇ ਨੂੰ ਲੈ ਪੈਂਦਾ। ਜੇ ਕਿਤੇ ਪਰਿਵਾਰ ਨਾਮ ਜਪਦਾ ਹੋਵੇ, ਪੁੱਤਰ ਵੀ ਭਗਤੀ ਵਾਲਾ, ਪਤਨੀ ਵੀ ਬੰਦਗੀ ਵਾਲੀ, ਸਾਰੇ ਇਕੱਠੇ ਬਹਿ ਕੇ ਨਿਤਨੇਮ ਕਰਦੇ ਆ, ਸਤਿਗੁਰ ਕਹਿੰਦੇ ਫਿਰ ਇਹ ਪਰਿਵਾਰ ਨਹੀਂ ਭਾਈ। ਫਿਰ ਉਹਨਾਂ ਦੇ ਪਰਥਾਏ ਮਰਦ ਲਿਖਦੇ, ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾ। ਕਹਿੰਦੇ ਮੇਰਾ ਇਹ ਪਰਿਵਾਰ ਖਾਲਸਾ ਪਰਿਵਾਰ ਹੈ, ਰੱਬ ਦਾ ਪਰਿਵਾਰ ਹੈ। ਬਿਆਸ ਬਿਹਾਵੇ ਨਾਮ ਬਿਨ, ਮਿਆ ਨਾ ਪ੍ਰਭ ਕੀ ਤਾਸ। ਮਰਦ ਕਹਿੰਦੇ ਭਾਈ ਸੋਹਣੇ ਪੁੱਤਰ, ਸੋਹਣੀਆਂ ਧੀਆਂ ਪਰਿਵਾਰ ਵਿੱਚ ਹੋਈਆਂ, ਪੈਸਾ ਮਾਇਆ ਪਦਾਰਥ ਧਨ ਦੌਲਤ ਬੜਾ ਕੁਝ ਆਇਆ, ਆ ਸਭ ਕੁਝ ਗਿਆ, ਇੱਕ ਚੀਜ਼ ਨਹੀਂ ਆਈ। ਉਹ ਕੀ ਹੈ? ਰੱਬ ਦੀ ਮਾਇਆ, ਪਰਮਾਤਮਾ ਦੀ ਕਿਰਪਾ। ਜਿੱਥੇ ਸਭ ਕੁਝ ਆਇਆ, ਨਾਮ ਨਹੀਂ ਨਾ,
ਉੱਥੇ ਉਹਦੀ ਕਿਰਪਾ ਨਹੀਂ। ਆਖੋ ਸਤਿਨਾਮ। ਪਾਪੀਆਂ ਦੇ ਘਰੇ ਸੋਨਾ ਥੋੜਾ ਹੈ। ਫਰੌਡੀ ਬੰਦੇ, ਠੱਗੀਆਂ ਮਾਰਨ ਵਾਲੇ, ਦੌਲਤਾਂ ਥੋੜੀਆਂ ਉਹਨਾਂ ਕੋਲ। ਦੁਨੀਆ ਜਿੱਤੀ ਫਿਰਦੇ ਦੀ ਜ਼ਮਾਨਾ ਸਾਰਾ ਕੁਝ, ਪਰ ਉਹ ਸਾਰਾ ਪਰਿਵਾਰ ਕਦੇ ਇਕੱਠੇ ਬਹਿ ਕੇ ਰੋਟੀ ਨਹੀਂ ਖਾਂਦੇ। ਤੁਸੀਂ ਪੰਜਾਬ 'ਚ ਵੇਖ ਲਓ, ਜਿਨ੍ਹਾਂ ਰਾਜ ਕੀਤੇ ਪਹਿਲਾਂ, ਜਿਹੜੀ ਮਰਜ਼ੀ ਚੀਜ਼ ਨੂੰ ਹੱਥ ਲਾ ਲਓ ਉਹ ਵੀ ਉਹਨਾਂ ਖਰੀਦੀ ਹੋਈ ਹੈ। ਦੱਸੋ ਉਹਨਾਂ ਦੇ ਪਰਿਵਾਰ 'ਚ ਕਦੇ ਇਕੱਠੇ ਬੈਠੇ ਦੇਖੇ ਪਰਿਵਾਰ ਦੇ ਮੈਂਬਰ? ਕਦੇ ਸੁਖੀ ਵੇਖੇ? ਚਲੋ ਨਾ ਤੇ ਕਾਹਨੂੰ ਕਹਾਉਣਾ, ਸਭ ਦਾ ਆਹੀ ਹਾਲ ਅੱਜ ਦੇ ਸਮੇਂ। ਦੱਸੋ ਤੇ ਸਹੀ, ਅਰਬਾਂ ਖਰਬਾਂ ਵੀ ਲੁੱਟ ਕੇ ਕਦੇ ਸੁੱਖ ਦੀ ਨੀਂਦ ਸੁੱਤੇ ਹੋਣ? ਆ ਮਰਦੇ ਮਰਦੇ ਬਦਨਾਮੀ ਦਾ ਕਲੰਕ ਲੈ ਕੇ ਜ਼ਰੂਰ ਜਾਣਗੇ। ਆਖੋ ਸਤਿਨਾਮ। ਗੁਰੂ ਸਾਹਿਬ ਉਦਾਹਰਨ ਦੇ ਰਹੇ ਆ, ਕਹਿੰਦੇ ਭਾਈ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਹ ਰੋੜ ਵਿਚੋੜਾ। ਕਹਿੰਦੇ ਰੱਬ ਦੀ ਕਿਰਪਾ ਉਹਦੇ ਤੇ ਨਹੀਂ ਹੈ। ਕੀ ਮਤਲਬ? ਵੀ ਹੁਣ ਪੈਸਾ ਨਹੀਂ ਹੋਣਾ ਚਾਹੀਦਾ ਘਰੇ, ਪੁੱਤ ਪਰਿਵਾਰ ਨਹੀਂ ਹੋਣਾ ਚਾਹੀਦਾ, ਸਭ ਕੁਝ ਹੋਣਾ ਚਾਹੀਦਾ ਹੈ। ਸਤਿਗੁਰ ਕਹਿੰਦੇ ਜੇ ਪਰਿਵਾਰ ਵਿੱਚ ਤੈਨੂੰ ਰੱਬ ਚੇਤੇ ਹੈ ਨਾ, ਰੱਬ ਯਾਦ ਆਉਂਦਾ ਹੈ, ਇਹ ਪਰਿਵਾਰ ਨਹੀਂ ਭਾਈ, ਇਹ ਨਿਰੰਕਾਰ ਦਾ ਰੂਪ। ਆਖੋ ਸਤਿਨਾਮ। ਪਰ ਜੇ ਪਰਿਵਾਰ ਦਾ ਮੋਹ ਤੈਨੂੰ ਲਈ ਬੈਠਾ, ਫਿਰ ਜਮਾਂ ਦੇ ਕੋਲ ਤੈਨੂੰ ਦੁੱਖ ਉਹਨਾਂ ਲਈ ਭੁਗਤਣੇ ਪੈਣੇ। ਪੁੱਤ ਨੂੰ ਨੌਕਰੀ ਲਵਾਉਣ ਵਾਸਤੇ ਮਾੜੇ ਕੰਮ ਕੀਤੇ, ਠੱਗੀਆਂ ਮਾਰੀਆਂ, ਕਿੰਨਿਆਂ ਦੇ ਦਿਲ ਦੁਖਾਏ, ਕਿੰਨਿਆਂ ਦੀਆਂ ਬਦਲੀਆਂ ਕਰਾਈਆਂ, ਉਹਦਾ ਹਿਸਾਬ ਪੁੱਤ ਨੇ ਨਹੀਂ ਦੇਣਾ, ਤੈਨੂੰ ਦੇਣਾ ਪੈਣਾ। ਧੀਆਂ ਪੁੱਤਾਂ ਲਈ ਜਿਹੜੇ ਪਾਪ ਕਰਵਾਏ ਉਹ ਤੇਰੇ ਨਾਲ ਜਾਣਗੇ। ਆਦੇ ਸੁਣ ਸਰੋਨਨ ਵਿਖੇ, ਚੰਬਕੀ ਚੌਂਪ ਅਪਾਰ। ਕਹਿੰਦੇ ਪਾਦਾ ਜੀ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਜਦੋਂ ਅੱਖਾਂ ਖੋਲੀਆਂ, ਅੱਖਾਂ ਵਿੱਚ ਚਮਕ ਸੀ ਹੰਝੂਆਂ ਦੀ। ਕਬਾੜ ਖੋਲਤੇ ਗੁਰੂ ਨਾਨਕ ਸਾਹਿਬ ਨੇ। ਪਾਦਾ ਜੀ ਨੇ ਕੀ ਸਵਾਲ ਕੀਤਾ ਸੀ? ਕਹਿੰਦੇ ਮਰਦ ਗਰੀਬ ਬੰਦਾ ਗਰੀਬੀ 'ਚ ਜੰਮੀ ਮਰੀ ਜਾਂਦਾ, ਅਮੀਰ ਮੌਜਾਂ ਕਰਦਾ ਹੈ, ਅਮੀਰ ਦਾ ਪੁੱਤ ਵੀ ਅਮੀਰ, ਜਿਹਦਾ ਪਿਤਾ ਪਹਿਲਾਂ MLA ਸੀ, ਪੁੱਤ ਵੀ MLA। ਤੇ ਲੋਕ ਪਤਾ ਕੀ ਸੋਚਦੇ? ਯਾਰ ਸਾਡੀ ਕਾਹਦੀ ਜ਼ਿੰਦਗੀ, ਜ਼ਿੰਦਗੀ ਤੇ ਇਹਨਾਂ ਲੋਕਾਂ ਦੀ ਹੈ। ਕਰਦੇ ਆ ਲੋਕ ਆਮ ਗੱਲਾਂ, ਪਰ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਨਾਮ ਤੋਂ ਬਗੈਰ ਵੱਡੇ ਵੱਡੇ ਖਾਲੀ ਗਏ ਨੇ। ਉੱਥੇ ਸਤਿਗੁਰ ਲਿਖਦੇ ਆ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ, ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਇੱਥੇ ਤੇਰੇ ਅੱਗੇ ਪਿੱਛੇ ਬੜੇ ਚੱਲਣ ਵਾਲੇ ਹੋਣਗੇ, ਜੇ ਤੂੰ ਉਹਦੀ ਨਜ਼ਰ ਵਿੱਚ ਨਹੀਂ ਆਇਆ, ਕਿਸੇ ਨੇ ਬਾਤ ਨਹੀਂ ਪੁੱਛਣੀ। ਗੁਰ ਬਾਚੀ ਅੰਕੁਸ਼ ਨਾਗ ਮਨ, ਲਖ ਕਰ ਤੇ ਅਨੁਸਾਰ। ਪਾਦਾ ਜੀ ਇੰਨੇ ਖੁਸ਼ ਹੋਏ, ਕਹਿੰਦੇ ਗੁਰੂ ਦੇ ਸ਼ਬਦ ਦਾ ਕੁੰਡਾ, ਨਾਗ ਨਾਮ ਹੈ ਹਾਥੀ ਦਾ। ਜਿਵੇਂ ਹਾਥੀ ਦੇ ਸਿਰ ਤੇ ਹਸਤੀ ਸਿਰਜੂ ਅੰਕਸ ਹੈ, ਆਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਸੇਵਾ ਕਾਹਦੀ ਹੈ? ਕਿਹੜੀ ਸੇਵਾ ਗੁਰੂ ਸਾਹਿਬ ਨੇ ਸੰਪੂਰਨ ਲਿਖੀ ਹੈ? ਕਹਿੰਦੇ ਗੁਰੂ ਦਾ ਬਚਨ ਕਮਾਉਣਾ ਸਭ ਤੋਂ ਵੱਡੀ ਸੇਵਾ ਹੈ। ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸੁਣ ਸੁਣ ਕੇ ਕਹਿੰਦੇ ਇਦਾਂ ਲੱਗਿਆ ਵੀ ਮੈਂ ਹੁਣ ਇਹੀ ਧਾਰਨ ਕਰਨਾ। ਬਚਨ ਨੇ ਨਾ ਗੁਰੂ ਦੇ, ਹੁਣ ਸਾਡੇ ਕੋਲ ਕੋਈ ਫੋਲੋ ਕਰ ਸਕਦਾ ਜੀ? ਸਾਡੀਆਂ ਗੱਲਾਂ ਦੇ ਲੋਕ ਕਹਿੰਦੇ ਲੈ ਇਹਨੂੰ ਬੜਾ ਪਤਾ, ਵੱਡਾ ਗਿਆਨੀ ਬਣਿਆ ਫਿਰਦਾ। ਕਿਸੇ ਨੂੰ ਸਮਝਾਓ ਤੇ ਸਹੀ, ਬਾਹਰ ਜਾ ਕੇ ਅਗਲਾ ਕਹਿੰਦਾ ਯਾਰ ਤੈਨੂੰ ਜ਼ਿਆਦਾ ਅਕਲ ਆ, ਮੈਨੂੰ ਤੇਰੇ ਤੋਂ ਬਾਅਦ ਪਤਾ ਪਈ, ਤੇਰੀ ਤੇ ਇੰਨੀ ਉਮਰ ਵੀ ਨਹੀਂ ਜਿੰਨਾ ਮੇਰਾ ਤਜਰਬਾ ਹੈ। ਲੋਕ ਤੇ ਇਦਾਂ ਬੋਲਣਗੇ, ਪਰ ਗੁਰੂ ਨਾਨਕ ਸਾਹਿਬ ਬੇਸ਼ੱਕ ਉਮਰ 6 ਸਾਲ ਹੈ, ਪਾਦਾ ਸਾਹਿਬ ਦੀ ਉਮਰ ਕਿੰਨੀ ਹੋਊਗੀ? 50, 55, 60 ਸਾਲ ਦੇ ਨੇੜੇ ਹੋ ਗਏ। ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਜਦੋਂ ਅੰਦਰੋਂ ਤਸੱਲੀ ਮਿਲੀ ਨਾ, ਕੁਝ ਹੋਰ ਵੀ ਪੁੱਛਣਾ ਚਾਹੁੰਦੇ ਨੇ। ਸੋ ਪਈ ਕਲਾਵਾਨ ਤੁਮ ਮੈਂ ਮਨ ਜਾਣੇ, ਰੁਚਿਰ ਬਚਨ ਦਾਨੀ ਕਲਿਆਣੇ। ਤੇ ਫਿਰ ਭਰੀ ਉਸ ਪਾਠਸ਼ਾਲਾ 'ਚ ਪਾਦਾ ਜੀ ਪਤਾ ਕੀ ਕਹਿਣ ਲੱਗੇ? ਕਹਿੰਦੇ ਨਾਨਕ ਜੀ ਮੈਂ ਜਾਣਿਆ ਤੁਸੀਂ ਕਲਾਵਾਨ ਸ਼ਕਤੀ ਵਾਲੇ ਹੋ, ਕਰਾਮਾਤੀ ਹੋ। ਦੁਨਿਆਵੀ ਕਰਾਮਾਤ ਦੀ ਗੱਲ ਹੀ ਕਰ ਰਹੇ, ਜੀਵਨ ਇੱਕ ਕਰਾਮਾਤ ਹੈ ਜੇ ਜਿਉਣਾ ਜੀ, ਬਹੁਤ ਵੱਡੀ ਕਰਾਮਾਤ ਹੈ। ਜਿਹੜੀਆਂ ਸ਼ਕਤੀਆਂ ਰੱਬ ਕੋਲੇ ਨੇ ਉਹ ਸ਼ਕਤੀਆਂ ਸਾਡੇ ਕੋਲ ਵੀ ਨੇ, ਪਰ ਇਹ ਗੱਲ ਅਲੱਗ ਆ ਵੀ ਸਾਨੂੰ ਅੱਜ ਤੱਕ ਸਮਝ ਨਹੀਂ ਆਈ, ਅਸੀਂ ਪਛਾਣੇ ਹੀ ਕਦੇ ਨਹੀਂ। ਪਾਦਾ ਜੀ ਕਹਿੰਦੇ ਨਾਨਕ ਜੀ ਜਿਉਂਦੀ ਜਾਗਦੀ ਕਰਾਮਾਤ ਮੈਨੂੰ ਤੁਸੀਂ ਰੱਬ ਲੱਗਦੇ ਹੋ। ਇੱਕ ਸ਼ੰਕਾ ਸੋ ਸ਼ੰਕਤ ਮਨ ਹੈ, ਉਤਰ ਦੇਹੋ ਲਖਿਓ ਗੁਰੂ ਜਨ ਹੈ। ਐ ਪਾਤਸ਼ਾਹ ਮੈਂ ਤੈਨੂੰ ਅੱਜ ਤੋਂ ਆਪਣਾ ਗੁਰੂ ਮੰਨਿਆ, ਇੱਕ ਸ਼ੰਕਾ ਮੇਰੇ ਮਨ ਦਾ ਆਖਰੀ ਰਹਿ ਗਿਆ, ਨਿਵਰਤ ਕਰ ਦਿਓ। ਪਾਦਾ ਜੀ ਕਹਿੰਦੇ ਆ, ਕਦੇ ਸੁਣਿਆ? ਇਹਨੂੰ ਕਹਿੰਦੇ ਆ ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਰੀਤ ਪਹਿਲਾਂ ਤੋਂ ਹੀ ਚੱਲੀ ਆਈ ਹੈ। ਪੜ੍ਹਨਾ ਆ, ਪੜ੍ਹਾ ਰਹੇ ਆ।
ਜਿਹੜੇ ਪਾਧੇ ਨੇ ਪੜਾਉਣਾ ਸੀ ਉਹ ਉਪਦੇਸ਼ ਲੈਣ ਵਾਸਤੇ ਕਹਿੰਦਾ ਮੈਂ ਗੁਰੂ ਧਾਰਨ ਕੀਤਾ, ਤੁਹਾਨੂੰ ਮੈਂ ਉਸਤਾਦ ਮੰਨਿਆ। ਮੇਰੇ ਮਨ ਦਾ ਇੱਕ ਸ਼ੰਕਾ ਨਿਵਰਤ ਕਰ ਦਿਓ, ਜੋ ਇੱਕ ਹੀ ਰਹਿੰਦਾ ਏ, ਜੋ ਅੰਦਰ ਰੜਕਦਾ ਏ। ਜੇ ਸੁਲਤਾਨ ਖਾਨ ਫਸਨੇ ਹੋ, ਨਾਮ ਸਮਰ ਹੈ ਭੂਲ ਨ ਕੇਹੋ। ਹੁਣ ਸਤਿਗੁਰਾਂ ਨੇ ਕਿਹਾ ਸੀ ਜਿਹੜੇ ਨਾਮ ਨਹੀਂ ਜਪਦੇ ਉਹ ਦੁੱਖ ਪਾਉਂਦੇ ਆ ਨਾ, ਤੇ ਪਾਧਾ ਜੀ ਨੇ ਉੱਥੋਂ ਹੀ ਸਵਾਲ ਕੀਤਾ, ਮਹਾਰਾਜ ਰਾਜੇ ਮਹਾਰਾਜੇ, ਖਾਨ ਸੁਲਤਾਨ ਪਾਤਸ਼ਾਹ ਇਹ ਰੱਬ ਦਾ ਨਾਮ ਨਹੀਂ ਜਪਦੇ, ਦੁਨਿਆਵੀ ਸੁੱਖ ਇਹਨਾਂ ਕੋਲ ਹੁੰਦੇ ਆ। ਸਵਾਲ ਵੇਖੋ ਕਿੱਡਾ ਗਹਿਰਾ ਕਰਦੇ ਆ। ਜਦ ਆਪਾਂ ਨਾ ਦੁਨੀਆ ਕੋਲ ਤੁਰੇ ਫਿਰਦੇ ਆ ਵੀ ਸਾਨੂੰ ਸਮਝ ਨਹੀਂ ਆਉਂਦੀ, ਸਾਨੂੰ ਕੋਈ ਸਮਝਾਓ, ਪਿਆਰਿਓ ਗੁਰਬਾਣੀ ਦੇ ਅਰਥ ਪੜ੍ਹ ਲਿਆ ਕਰੋ, ਹਰ ਗੱਲ ਦਾ ਜਵਾਬ ਹੈ। ਜੋ ਤੁਸੀਂ ਸੋਚ ਵੀ ਨਹੀਂ ਨਾ ਸਕਦੇ, ਕਦੇ ਖਿਆਲ 20 ਸਾਲਾਂ ਬਾਅਦ ਵੀ ਆਉਣਾ ਨਾ, ਉਹਦਾ ਵੀ ਜਵਾਬ ਮਰ ਜਾਂਦੇ ਆ। ਅਰਥ ਬਹੁਤ ਗਹਿਰੇ ਆ। ਕਹਿੰਦਾ ਮਹਾਰਾਜ ਜਿਹੜੇ ਰਾਜੇ ਮਹਾਰਾਜੇ ਆ ਇਹ ਰੱਬ ਤੋਂ ਡਰਦੇ ਕਿਉਂ ਨਹੀਂ? ਜੇ ਡਰਦੇ ਹੁਣ ਏਦਾਂ ਕਰਨ ਲੋਕਾਂ ਨਾਲ, ਸਤਾਉਣ ਦੁਨੀਆ ਨੂੰ। ਬਾਣੀ ਤੇ ਕਹਿੰਦੀ ਖਾਲਕ ਖਲਕ ਖਲਕ ਮੈਂ ਖਾਲਕ ਕੂੜ ਰਹੇ ਹੋ ਸਭ ਠਾਈ। ਭਾਈ ਦੁਨੀਆ ਵਿੱਚ ਰੱਬ ਆ ਤੇ ਰੱਬ ਵਿੱਚ ਦੁਨੀਆ, ਉਤੇ ਹਰ ਥਾਂ ਤੇ ਉਹ ਤੋਂ ਬਿਨਾਂ ਕੁਛ ਨਹੀਂ। ਮੰਨਦਾ ਕੋਈ ਨਹੀਂ ਮੰਨਦਾ, ਕਿਉਂਕਿ ਮਾਇਆ ਦੇ ਮੋਹ 'ਚ ਫਸੇ ਹੈ। ਪਾਧਾ ਜੀ ਨੇ ਸਵਾਲ ਕਰਤਾ, ਮਹਾਰਾਜ ਦੁਨੀਆ ਦੇ ਰਾਜੇ ਮਹਾਰਾਜੇ ਅਮੀਰ ਲੋਕਾਂ ਦੇ ਸੁੱਖਾਂ ਨੂੰ ਵੇਖ ਕਈ ਵਾਰ ਖਿਆਲ ਆਉਂਦੇ ਨੇ, ਤਿਨ ਕੋ ਕਿਉਂ ਭੈ ਦੇਤ ਨਾ ਸੁਆਮੀ, ਜਾਂ ਤੇ ਸਿਮਰ ਹੈ ਅੰਤਰ ਜਾਮੀ। ਕਹਿੰਦੇ ਪਾਤਸ਼ਾਹ ਰੱਬ ਉਹਨਾਂ ਲੋਕਾਂ ਨੂੰ ਡਰਾਉਂਦਾ ਕਿਉਂ ਨਹੀਂ ਵੀ ਤੁਸੀਂ ਨਾਮ ਨਹੀਂ ਜਪਦੇ, ਵੀ ਜੇ ਨਾਮ ਨਹੀਂ ਜਪੋਗੇ ਮੈਂ ਤੁਹਾਡਾ ਆਹ ਕਰ ਦੂੰ। ਇਹ ਤੇ ਪੀਰਾਂ ਪੂਰਾਂ 'ਚ ਹੋਣਾ ਕੰਮ, ਵੀ ਜੇ ਦੀਵਾ ਲਾਉਣ ਨਹੀਂ ਆਏਗਾ ਤੇ ਫਿਰ ਮੁੱਦਾ ਮਾਰ ਦੂੰ। ਬੜੇ ਲੋਕੀ ਅੱਜ ਵੀ ਗੱਲਾਂ ਕਰਦੇ, ਕਹਿੰਦੇ ਵੇਖੋ ਜੀ ਇੰਨੀਆਂ ਬੇਅਦਬੀਆਂ ਹੋ ਜਾਂਦੀਆਂ, ਇੰਨਾ ਕੁਛ ਹੋ ਜਾਂਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਉਂ ਨਹੀਂ ਕੁਛ ਕਹਿੰਦੇ? ਜੇ ਮਰਦ ਚਾਹੁਣ ਉਲਟਾ ਕੇ ਮਾਰ ਸਕਦੇ, ਕਿਉਂ ਨਹੀਂ ਉਲਟਾਉਂਦੇ? ਨਹੀਂ ਭਾਈ, ਇਹੀ ਤੇ ਫਰਕ ਹੈ ਬਾਬੇ ਨਾਨਕ ਦੀ ਸੋਚ। ਮਰਦ ਕਹਿੰਦੇ ਤੂੰ ਮਾੜਾ ਕੀਤਾ, ਤੇਰਾ ਮੈਂ ਕਰਤਾ, ਫਿਰ ਰੱਬ ਤੇ ਬੰਦੇ 'ਚ ਫਰਕ ਕੀ ਹੈ? ਹੈ ਕੋਈ ਫਰਕ? ਸਾਡੇ ਸਤਿਗੁਰਾਂ ਦੀ ਫਿਲਾਸਫੀ ਕੀ ਹੈ? ਮਰਦ ਕਹਿੰਦੇ ਭਾਈ ਕਰਮ ਮਿਲੈ ਆਖਣ ਤੇਰਾ ਨਾਉ, ਜੇ ਤੇਰੇ ਕਰਮ ਚੰਗੇ ਹੋਣਗੇ ਤੂੰ ਨਾਮ ਜਪੇਗਾ, ਤੂੰ ਕਰਮ ਮਾੜੇ ਬਣਾਏਗਾ ਆਪ ਭੁਗਤੇਗਾ, ਕਿਉਂਕਿ ਆ ਸਰੀਰ ਤੇਰਾ ਕਰਮਾਂ ਦਾ ਲੇਖਾ ਏ। ਖੇਤ ਸਰੀਰ ਜੋ ਬੀਜੀਐ ਸੁਵੰਤ ਖਲੋਆ ਆਏ। ਕਹਿੰਦੇ ਜੋ ਤੂੰ ਬੀਜੇਗਾ ਉਹ ਤੈਨੂੰ ਵੱਢਣਾ ਪਏਗਾ। ਫਿਰ 12 ਮਹਾਂ ਵੀ ਇੱਥੋਂ ਹੀ ਰੱਬ ਕਰਦੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕੀਤੇ ਕਰਮਾਂ ਕਰਕੇ ਤੇਰੇ ਤੋਂ ਵਿਛੜੇ ਆ। ਤੇ ਉਹੀ ਸਵਾਲ ਪਾਧਾ ਜੀ ਨੇ ਕੀਤਾ, ਮਹਾਰਾਜ ਰਾਜੇ ਮਹਾਰਾਜੇ ਨਾਮ ਨਹੀਂ ਜਪਦੇ, ਰੱਬ ਡਰਾਉਂਦਾ ਕਿਉਂ ਨਹੀਂ? ਕਿਉਂਕਿ ਪਾਧਾ ਜੀ ਆਪ ਡਰਾਉਂਦੇ, ਜਿਹੜਾ ਬੱਚਾ ਪੜ੍ਹਦਾ ਨਹੀਂ ਸੀ ਕਹਿੰਦੇ ਵੇਖ ਫਿਰ ਕੱਲ ਤੇਰੇ ਸੋਟੀਆਂ ਪੈਣੀਆਂ, ਤੂੰ ਆਹ ਨਾ ਕੀਤਾ ਤੇਰਾ ਆਹ ਕਰਾਂਗੇ। ਕਹਿੰਦੇ ਰੱਬ ਕਿਉਂ ਨਹੀਂ ਕਹਿੰਦਾ? ਕਦੇ ਵੇਖਿਆ ਜੀ ਇੱਕ ਬੰਦਾ ਗੁਰਦੁਆਰੇ ਤੋਂ ਬਾਹਰ ਖੜ ਕੇ ਰੱਬ ਨੂੰ ਕੱਢੇ ਗਾਲਾਂ? ਕਦੇ ਮਹਾਰਾਜ ਨੇ ਕਿਹਾ ਤੇਰਾ ਬੇੜਾ ਬਹਿ ਜੇ? ਦੱਸੋ ਜੀ, ਕਿਤੇ ਸੁਣਿਆ ਹੋਵੇ? ਕੋਈ ਰੱਬ ਨੂੰ ਰੋਜ਼ ਗਾਲਾਂ ਕੱਢੇ, ਚੰਗਾ ਮਾੜਾ ਆਖੇ ਰੱਬ ਨਹੀਂ ਹੁੰਦਾ। ਕਦੇ ਰੱਬ ਨੇ ਕਹਿੰਦੀ ਰੋਟੀ ਬੰਦ ਕਰੋ ਓਏ, ਇਹ ਤੇ ਮੈਨੂੰ ਮੰਨਦਾ ਹੀ ਨਹੀਂ ਹੈ। ਕਿੰਨੇ ਮੁਲਕ ਨਾਸਤਕ ਲੋਕਾਂ ਦੇ ਆ, ਉਹ ਰੋਟੀ ਸਭ ਨੂੰ ਦੇ ਰਹੇ। ਉਹ ਬੇਅੰਤ ਹੈ, ਉਹ ਦਇਆਵਾਨ ਹੈ, ਸਾਡੇ ਵਾਂਗੂ ਨਹੀਂ ਹੈ ਵੀ ਇਹ ਬੰਦੇ ਨੇ ਮੇਰੀ ਚੁਗਲੀ ਕੀਤੀ, ਮੈਨੂੰ ਮਾੜਾ ਆਖਿਆ, ਯਾਰ ਮੈਂ ਇਹਨੂੰ ਅੱਜ ਤੋਂ ਬਾਅਦ ਆਪਣੇ ਕੰਮਕਾਰ 'ਚ ਨਹੀਂ ਬਹਿਣਾ। ਅਸੀਂ ਤੇ ਸੰਸਾਰੀ ਵਿਰਤੀ ਵਾਲੇ ਆ। ਪਰ ਪਾਧਾ ਜੀ ਪੁੱਛਦੇ ਕਹਿੰਦੇ ਮਹਾਰਾਜ ਉਹ ਰੱਬ ਦੁੱਖ ਕਿਉਂ ਨਹੀਂ ਦਿੰਦਾ? ਮਾਇਆ ਧਾਰੀ ਲੋਕ ਇੰਨੇ ਲੋਕਾਂ ਦੇ ਗਲ ਵੜਦੇ ਆ। ਤੁਸੀਂ ਵੀ ਸੋਚਦੇ ਹੋ ਬੜੀ ਵਾਰ, ਬੜਿਆਂ ਦੇ ਮਨ 'ਚ ਖਿਆਲ ਆ, ਬੜੇ ਪੁੱਛਦੇ ਹੁੰਦੇ ਭਾਈ ਸਾਹਿਬ ਉਹ ਫਲਾਣਾ ਬੰਦਾ ਇੰਨੇ ਪਾਪ ਕਰਦਾ, ਉਹਦਾ ਤੇ ਸਿਰ ਵੀ ਨਹੀਂ ਦੁਖਦਾ। ਉਹ ਨਾਸਤਕ ਬੰਦਾ ਜੀ, ਉਹ ਤੇ ਲੋਕਾਂ ਨੂੰ ਮਾਰ ਮਾਰ ਕੇ ਸੌਂਦਾ ਹੈ, ਉਹਦਾ ਤੇ ਕਦੇ ਪਰਿਵਾਰ ਵਿੱਚ ਵੀ ਬਾਲ ਬਿੰਗਾ ਨਹੀਂ ਹੋਇਆ। ਜਿਹੜੇ ਭਗਤੀ ਕਰਦੇ ਰੋਜ਼ ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਕਿਤੇ ਸੱਟ ਵੱਜ ਜਾਂਦੀ ਹੈ, ਕੀ ਚੱਕਰ ਹੈ? ਇਹਨਾਂ ਦੀ ਉਮਰਾਂ ਵੀ ਲੰਬੀਆਂ ਨੇ, ਨਾਸਤਕ ਲੋਕਾਂ ਦੀ ਹੁੰਦੀਆਂ ਨੇ ਨਾ ਜੀ। ਇਹ ਸੁਣਨ ਵਾਲੀਆਂ ਗੱਲਾਂ। ਪਾਧਾ ਜੀ ਨੇ ਇਹੋ ਸਵਾਲ ਕੀਤਾ ਏ, ਨਿਰਭੈ ਬਿਸਿਆਨ ਮਿਹਰਾ ਚ ਮਾਨਵ, ਭੁੱਲੇ ਭਜਨ ਨੈਕ ਨਹਿ ਜਾਨਵ। ਗੁਰੂ ਜੀ ਇਹ ਲੋਕ ਵਿਸ਼ਿਆਂ 'ਚ ਇੰਨੇ ਖਚਤ ਹੁੰਦੇ ਆ, ਰੱਬ ਇਹਨਾਂ ਨੂੰ ਕਦੇ ਯਾਦ ਨਹੀਂ ਹੁੰਦਾ, ਕਦੇ ਯਾਦ ਨਹੀਂ ਆਉਂਦਾ। ਮਨਮੁਖ ਬੰਦੇ ਨੂੰ ਰੱਬ ਮਾੜੇ ਕੰਮਾਂ 'ਚ ਵੀ ਯਾਦ ਕਦੇ ਨਹੀਂ, ਚੰਗਿਆਂ 'ਚ ਵੀ ਯਾਦ ਕਦੇ ਨਹੀਂ। ਪਰ ਸਤਿਗੁਰੂ ਤੇ ਫਿਰ ਰੱਬ ਇਹਨਾਂ ਨੂੰ ਦੁੱਖ ਕਿਉਂ ਨਹੀਂ ਦਿੰਦਾ? ਜਿਹੜਾ ਬੰਦਾ ਨਾਮ ਨਹੀਂ ਜਪਦਾ, ਅੰਮ੍ਰਿਤ ਵੇਲੇ ਨਹੀਂ ਉੱਠਦਾ, ਚੰਗੇ ਕੰਮ ਨਹੀਂ ਕਰਦਾ, ਰੱਬ ਨੂੰ ਉਹਨੂੰ ਘੜੀਸਣਾ ਚਾਹੀਦਾ ਮਾੜਾ ਮੋਟਾ, ਕੋਈ ਨੁਕਸਾਨ ਕਰ ਦੇਵੇ। ਮਰਦ ਕਹਿੰਦੇ ਨਹੀਂ ਭਾਈ ਰੱਬ ਇਹ ਨਹੀਂ ਕਰਦਾ, ਇਹ ਕੁਛ ਬੰਦੇ ਕਰਦੇ ਆ। ਮਨੁੱਖਤਾ ਦੀ ਸੋਚ ਐਸੀ ਹੋ ਸਕਦੀ ਵੀ ਇਹ ਸਾਡੇ ਕੰਮ ਨਹੀਂ ਆਇਆ, ਅਸੀਂ ਘੋੜੇ ਤੇ ਲਾਉਣਾ ਰਗੜ ਕੇ। ਆਪਾਂ ਕਹਿੰਦੇ ਆ ਨਾ ਵੀ ਇਹ ਬੰਦਾ ਯਾਰ ਲੋੜ ਪਏ ਸਾਡੇ ਕਦੇ ਕੰਮ ਨਹੀਂ ਆਉਂਦਾ, ਅਸੀਂ ਫਿਰ ਇਹ ਤੋਂ ਕੀ ਲੈਣਾ?
ਪਰਮਾਤਮਾ ਕਦੇ ਨਹੀਂ ਕਹਿੰਦਾ। ਅੱਜ ਵੀ ਉਹਨੂੰ ਗਾਲਾਂ ਕੱਢਣ ਵਾਲਾ ਇਸ ਦਰ ਤੇ ਖੜ ਕੇ ਆਖੇ, ਰੱਬਾ ਮੈਂ ਬੜੀਆਂ ਭੁੱਲਾਂ ਕੀਤੀਆਂ, ਮੈਨੂੰ ਬਖਸ਼ ਲਾ, ਉਹ ਬਖਸ਼ ਲੈਂਦਾ ਹੈ। ਭਾਵਨਾ ਵੇਖਦਾ ਅੰਦਰ ਦੀ। ਪਾਦਾ ਜੀ ਕਹਿੰਦੇ ਮਹਾਰਾਜ ਇਹ ਗੱਲਾਂ ਮੈਨੂੰ ਤੰਗ ਕਰਦੀਆਂ ਨੇ। ਅੱਜ ਵੀ ਸੱਚੀ ਗੱਲ ਹੈ, ਜਿੰਨੇ ਪਰਸੋਂ ਚੌਥੇ ਦਾ ਮੈਂ ਇਹ ਗੱਲਾਂ ਸੋਚ ਰਿਹਾ ਜਦ ਕਥਾ ਚੱਲਦੀ ਹੈ ਵੀ ਜੋ ਗੱਲਾਂ ਪਾਦਾ ਜੀ ਸਵਾਲ ਕਰਦੇ, ਅੱਜ ਸਾਰੇ ਲੋਕਾਂ ਦੇ ਆਹੀ ਖਿਆਲ ਨੇ ਵੀ ਉਹ ਬੰਦਾ ਜੀ ਦੇਖੋ ਕਿੰਨਾ ਸੁਖੀ ਹੈ, ਉਹ ਭਗਤੀ ਕਰਦਾ ਬੜਾ ਦੁਖੀ ਹੈ ਜੀ, ਕਿਉਂ ਹੈ? ਕਿਤੇ ਨਾ ਕਿਤੇ ਮਹਾਰਾਜ ਨੇ ਕੱਲ ਬੜੇ ਸੋਹਣੇ ਜਵਾਬ ਦਿੱਤੇ ਕੱਲ ਦੇ ਅੰਮ੍ਰਿਤ ਬਚਨ ਵੀ ਨਾਮ ਰੱਖਣ ਨਾਲ ਕੀ ਹੋਣਾ ਜੇ ਨਾ ਹੀ ਨਹੀਂ ਜਪਿਆ? ਤੇਰੇ ਪੱਲੇ ਕੀ ਹੈ? ਜਮਾਂ ਕੋਲ ਕੀ ਹੋਣਾ? ਦਰਗਾਹ 'ਚ ਕੀ ਹੋਣਾ? ਇੱਥੇ ਕੀ ਹੋਣਾ? ਅੱਜ ਸਵਾਲ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਪਾਦਾ ਜੀ ਇਹ ਕੋਈ ਵੱਡੀ ਗੱਲ ਨਹੀਂ ਹੈ। ਮਨੁੱਖਤਾ ਦੀ ਸੋਚ ਤੋਂ ਉੱਚਾ ਉੱਠ ਕੇ ਸੋਚ ਕੇ ਵੇਖੋ। ਮਨ ਕੀ ਤਨ ਧਨ ਮਿਹਤ ਪ੍ਰੀਤੋ, ਤਜ ਨ ਸਕੈ ਚਿਤ ਦ੍ਰਿੜ ਪਵਤੀਤੋ। ਤੇ ਫਿਰ ਪਾਦਾ ਜੀ ਨੇ ਉਸੇ ਗੱਲ 'ਚੋਂ ਇੱਕ ਅਗਲਾ ਸਵਾਲ ਹੋਰ ਕਰਤਾ, ਮਹਾਰਾਜ ਇਹ ਲੋਕ ਮਨ ਕਰਕੇ, ਤਨ ਕਰਕੇ, ਧਨ ਕਰਕੇ ਰੱਬ ਦੇ ਕਦੇ ਗੁਣ ਨਹੀਂ ਗਾਉਂਦੇ, ਕਦੇ ਸ਼ੁਕਰ ਨਹੀਂ ਕਰਦੇ। ਇਹਨਾਂ ਦੀ ਪ੍ਰੀਤ ਕੇਵਲ ਮਾਇਆ ਦੇ ਨਾਲ ਹੈ। ਮਾਇਆ ਨਾਲ ਪ੍ਰੀਤ ਕਿਹਦੀ ਹੈ ਜੀ? ਜਿਹੜਾ ਬੰਦਾ ਨਰਕਾਂ 'ਚੋਂ ਆਇਆ ਸੀ, ਨਰਕਾਂ 'ਚ ਜਾਣਾ ਨਾ ਜਿਹਨੇ। ਬਾਣੀ ਪੜ੍ਹਿਓ, ਤੁਹਾਨੂੰ ਅੱਗੇ ਜਾ ਕੇ ਪਤਾ ਲੱਗ ਜਾਣਾ ਹੈ। ਸਤਿਗੁਰ ਕਹਿੰਦੇ ਭਾਈ ਨਰਕ ਸਵਰਗ ਦਾ ਬੰਦੇ ਦਾ ਕਿੱਥੋਂ ਪਤਾ ਲੱਗਦਾ ਹੈ? ਜਿਹੜਾ ਬੰਦਾ ਜੀਵਨ ਕਰਕੇ ਤਿਆਗੀ, ਬਹੁਤੀ ਮੋਹ ਮਾਇਆ 'ਚ ਨਹੀਂ ਨਾ ਪੈਂਦਾ, ਸਮਝੋ ਉਹ ਕਿਸੇ ਚੰਗੀ ਰੂਹ ਤੋਂ, ਚੰਗੀ ਜੂਨ 'ਚੋਂ ਆਇਆ ਤੇ ਚੰਗੀ ਥਾਂ ਤੇ ਜਾਏਗਾ। ਤੇ ਜਿਹੜਾ ਇੱਥੇ ਮਰੂ ਕਰਦਾ ਫਿਰਦਾ, ਮਾਇਆ ਕਰਦਾ ਫਿਰਦਾ, ਲੋਕਾਂ ਨਾਲ ਲੜਦਾ ਫਿਰਦਾ, ਪਹਿਲਾਂ ਵੀ ਕਿਸੇ ਨਰਕ 'ਚੋਂ ਆਇਆ ਸੀ, ਨਰਕ 'ਚ ਜਾਣ ਦੀ ਤਿਆਰੀ। ਆਖੋ ਸਤਿਨਾਮ। ਉਹਦੇ ਕਰਮ ਦੱਸਦੇ ਮਰਦ ਤਾਂ ਹੀ ਕਹਿੰਦੇ ਆ ਤੈਨੂੰ ਤੇਰੇ ਕਰਮਾਂ ਨੇ ਮਾਰਨਾ, ਤੈਨੂੰ ਕਿਸੇ ਨੇ ਨਹੀਂ ਮਾਰਨਾ। ਬੰਦੇ ਦੇ ਬੰਦੇ ਨੂੰ ਕਰਮ ਮਾਰ ਜਾਂਦੇ ਆ, ਕੋਈ ਥੋੜਾ ਹੋਰ ਮਾਰਦਾ ਕਿਸੇ। ਗੁਰੂ ਸਾਹਿਬ ਨੂੰ ਅਗਲਾ ਸਵਾਲ ਕਰਤਾ, ਮਹਾਰਾਜ ਇਹਨਾਂ ਲੋਕਾਂ ਦੀ ਪ੍ਰੀਤ ਕਿਉਂ ਨਹੀਂ ਘਟਦੀ? ਮੋਹ ਮਾਇਆ ਦੀ ਪ੍ਰੀਤ, ਪਦਾਰਥਾਂ ਦੀ ਪ੍ਰੀਤ ਇਹਨਾਂ ਦੀ ਗੂੜੀ ਹੁੰਦੀ ਜਾਂਦੀ ਹੈ। ਦੋਹਰ ਠੇਤ ਸੀ ਸੰਸਾਰ ਮਹਿ, ਲੱਖ ਸੰਚਤ ਅਤਿਆਥ। ਤੇ ਚੌਥਾ ਸਵਾਲ ਕੀਤਾ ਮਹਾਰਾਜ ਲੋਕ ਨਾ ਮਾਇਆ ਸੰਚਿਤ ਕਹੀਏ ਇਕੱਠੀ ਕਰ ਕਰਕੇ ਮਰ ਜਾਂਦੇ, ਪਰ ਜਾਂਦੀ ਇਹਨਾਂ ਦੇ ਨਾਲ ਦੀ, ਇਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਇਹ ਵੀ ਸੋਚਣ ਵਾਲੀ ਗੱਲ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਕਿਉਂਕਿ ਆਪਣੇ ਤੇ ਵਰਤ ਰਹੀ ਮਾਇਆ। ਸਾਨੂੰ ਪਤਾ ਵੀ ਇਹ ਮਾਇਆ ਨੇ ਸਾਡੇ ਨਾਲ ਨਹੀਂ ਜਾਣਾ, ਪਰ ਕੋਈ ਸਾਨੂੰ 4 ਨੋਟ ਫੜਾ ਦੇਵੇ ਹੱਥ 'ਚ ਵੀ ਭਾਈ ਸਾਹਿਬ ਚੱਕੋ ਮੇਰੇ ਵੱਲੋਂ ਗਿਫਟ, ਨੀਂਦ ਨਹੀਂ ਆਉਂਦੀ ਰਾਤ ਨੂੰ, ਫੜ ਕੇ ਜੇਬ 'ਚ ਪਾ ਲਈਦੇ ਆ। ਹਰ ਇੱਕ ਬੰਦੇ ਦੀ ਸੋਚ ਏਦਾਂ ਕਿਉਂ? ਪਤਾ ਵੀ ਮਾਇਆ ਦੇ ਨਾਲ ਨਹੀਂ ਜਾਣਾ, ਮੋਹ ਵੀ ਛੁੱਟਦਾ ਨਹੀਂ ਹੈ। ਪਾਦਾ ਜੀ ਕਹਿੰਦੇ ਮਹਾਰਾਜ ਮੇਰੀ ਇਹ ਆਪਣੀ ਹਾਲਤ ਹੈ, ਮੈਂ ਰੋਜ਼ ਲੇਖਾ ਪੜਾ ਕੇ ਬਥੇਰੇ ਪੈਸੇ ਇਕੱਠੇ ਕੀਤੇ, ਮੈਨੂੰ ਸੰਤੁਸ਼ਟੀ ਨਹੀਂ ਹੁੰਦੀ, ਮੈਨੂੰ ਆਨੰਦ ਨਹੀਂ ਆਉਂਦਾ। ਤੇ ਬਾਕੀ ਦੁਨੀਆ ਦਾ ਕਾਰਜ ਵੀ ਇਹੀ, ਨਾਲੇ ਸਾਰਿਆਂ ਨੂੰ ਪਤਾ ਵੀ ਨਾਲ ਕੋਈ ਨਹੀਂ ਜਾਣਾ। ਕਿੱਡੀ ਵੱਡੀ ਮਾਇਆ ਜੀ। ਦੱਸੋ ਕਿਹੜੇ ਬੰਦੇ ਨੂੰ ਨਹੀਂ ਪਤਾ ਜੀ ਵੀ ਮਰ ਕੇ ਜ਼ਮੀਨ ਨਾਲ ਜਾਊਗੀ, ਧਨ ਦੌਲਤ ਨਾਲ ਜਾਊ? ਸਭ ਨੂੰ ਪਤਾ ਨਾ ਕੁਛ ਨਹੀਂ ਜਾਣਾ, ਪਰ ਛੱਡਦਾ ਕੋਈ ਨਹੀਂ। ਇਹਨੂੰ ਕੀ ਕਹਿੰਦੇ ਆ? ਰੱਬ ਦੀ ਮਾਇਆ ਜੀ ਜੋ ਭਰਮਾ ਕੇ ਰੱਖਦਾ ਹੈ। ਤੇ ਭਗਤਾਂ ਦੇ ਕੋਲ ਮਾਇਆ ਆਈ ਨਾ, ਭਗਤ ਕਬੀਰ ਜੀ ਕੋਲ ਬਾਣੀ ਪੜੋ, ਗੁਰੂ ਸਾਹਿਬ ਕਹਿੰਦੇ ਆ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ। ਮਾਇਆ ਔਰਤ ਦਾ ਰੂਪ ਕਰਕੇ ਭਗਤ ਕਬੀਰ ਦੇ ਸਾਹਮਣੇ ਆ ਗਈ, ਚੁੱਕਿਆ ਛੁਰਾ, ਨੱਕ ਵੜਤਾ, ਕੰਨ ਵੜਤੇ। ਕਹਿੰਦੇ ਇਹ ਕੀ ਕੀਤਾ ਹੈ? ਨੱਕਾਂ ਤੋਂ ਵੀ ਕੱਢਦੀ, ਕੰਨ ਤੋਂ ਵੀ ਕੱਢਦੀ, ਕੰਨ ਪੱਟੀ ਬਣਾਦੀ। ਭਗਤ ਕਬੀਰ ਆਖਣ ਲੱਗੇ ਕਹਿੰਦੇ ਮੈਂ ਕੀ ਦੱਸਾਂ, ਜੇ ਤੂੰ ਚਲੀ ਜਾਏ ਤੇ ਚੰਗੀ ਹੈ। ਚੇਲੇ ਪੁੱਛਦੇ ਕਬੀਰ ਜੀ ਕਿਉਂ ਕੀਤਾ? ਕਹਿੰਦੇ ਭਾਈ ਕਹੋ ਕਬੀਰ ਭਗਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਕਹਿੰਦੇ ਤਿੰਨੇ ਲੋਕਾਂ 'ਚ ਇਹਨੂੰ ਸਾਰੇ ਪਿਆਰ ਕਰਦੇ, ਹਾਏ ਮਾਇਆ ਮੇਰੀ, ਮਾਇਆ ਮੇਰੀ। ਕਹਿੰਦੇ ਭਗਤਾਂ ਰੱਬ ਤੇ ਪਿਆਰਿਆਂ ਦੀ ਵੈਰੀ ਹੈ। ਜਿਹਦੇ ਕੋਲ ਮਾਇਆ ਆ ਗਈ ਉਹ ਰੱਬ ਉਹਦੇ ਘਰ ਨਹੀਂ ਰਹਿਣਾ। ਆਖੋ ਸਤਿਨਾਮ। ਕਿਉਂ ਹੁੰਦਾ ਦੂਰ ਜੀ? ਕਿਉਂਕਿ ਬੰਦਾ ਉਸ ਮਾਇਆ ਦੇ ਮੋਹ 'ਚ ਰੱਬ ਨੂੰ ਭੁੱਲ ਜਾਂਦਾ ਹੈ, ਵਿਸਾਰ ਹੁੰਦਾ ਸਵਾਸ। ਭਗਤਾਂ ਦੇ ਜਦੋਂ ਬਚਨ ਯਾਦ ਆਉਂਦੇ ਆ ਤੇ ਫਿਰ ਇਹ ਸਮਝ ਆਉਂਦੀ ਵੀ ਬਾਣੀ ਕਿੰਨੀ ਗਹਿਰੀ ਹੈ। ਗੁਰੂ ਸਾਹਿਬ ਬਾਹਰ ਦੀਆਂ ਗੱਲਾਂ ਥੋੜਾ ਕਰਦੇ ਆ, ਅੰਦਰ ਦੀ ਸਮਝਾਉਂਦੇ। ਅਸੀਂ ਬਾਹਰ ਲਾਉਂਦੇ ਫਿਰਦੇ ਆ, ਮਹਾਰਾਜ ਆਏ ਕਹਿੰਦੇ, ਗੁਰੂ ਸਾਹਿਬ ਏਦਾਂ ਕਹਿੰਦੇ। ਜਿਸ ਵੇਲੇ ਪਾਦਾ ਜੀ ਨੇ ਸਵਾਲ ਕੀਤਾ, ਮਰਦ ਕਹਿੰਦੇ ਭਾਈ ਸੁੱਖ, ਪਦਾਰਥ, ਮਾਇਆ ਇਹ ਆਨੰਦ ਦਾ ਵਿਸ਼ਾ ਨਹੀਂ ਹੈ। ਜਿਹੜਾ ਅੱਜ ਸੁਖੀ ਹੋ ਕੱਲ ਦੁਖੀ ਹੋਏਗਾ। ਜਿਹਦੇ ਅੱਜ ਧੀ ਪੁੱਤ ਹੈਗੇ ਨੇ ਜਾਂ ਜਿਹਦੇ ਨਹੀਂ ਨੇ, ਕੱਲ ਉਹ ਵੀ ਦੁਖੀ ਹੋਏਗਾ। ਜਿਹਦੇ ਇਹਨਾਂ ਦੀ ਆਸ ਹੀ ਨਹੀਂ ਰੱਖੀ, ਕਹਿੰਦੇ ਮੇਰਾ ਤੇ ਹੋਇਆ ਨਾ ਹੋਏ ਵਰਗਾ, ਮੈਨੂੰ ਤੇ ਰੱਬ ਕਰਨਾ, ਮੈਂ ਕੀ ਲੈਣਾ? ਆਪਣੇ ਕਰਮ ਕਰੂ, ਆਪੇ ਕਮਾਊ, ਆਪੇ ਖਾਊ। ਕਹਿੰਦੇ ਚਿੰਤਤ ਨਹੀਂ ਹੁੰਦੇ। ਸਤਿਗੁਰ ਕਹਿੰਦੇ ਭਾਈ ਮੋਹ ਮਾਇਆ ਵਿੱਚ ਲਿਪਟਿਆ ਹੋਇਆ ਬੰਦਾ ਫਿਰ ਬੰਦਾ ਰਹਿੰਦਾ ਨਹੀਂ। ਸੁਨਤ ਸਰੋਨ
ਆਨੰਦ ਪੰਡਤ ਨਾਨਕ ਦੀਨਾ ਨਾਥ। ਕਹਿੰਦੇ ਦੀਨਾਨਾਥ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਸਾਰੇ ਸਵਾਲਾਂ ਨੂੰ ਸੁਣਿਆ ਤੇ ਮਰਦ ਨੇ ਫਿਰ ਚੌਥਾ ਬੰਦ ਉਚਾਰਨ ਕੀਤਾ। ਸ਼ਬਦ ਉਹੀ ਹੈ, ਜਾਲ ਮੋਹ ਘਸ ਮਸ ਕਰ, ਉਸ ਸ਼ਬਦ ਦਾ ਚੌਥਾ ਪਾਠ। ਸਵਾਲ ਜਵਾਬ ਨੇ ਨਾ ਜੀ। ਆ ਗੁਰਬਾਣੀ ਦੇ ਜਿੰਨੇ ਸ਼ਬਦ ਨੇ, ਜਿੰਨੇ ਰਹਾਉ ਦੀਆਂ ਤੁਕਾਂ ਨੇ, ਐਵੇਂ ਥੋੜਾ ਮਰਦ ਨੇ ਉਚਾਰਤੇ, ਕਿਸੇ ਦੇ ਪਰਥਾਏ ਉਚਾਰਨ ਕੀਤੇ ਹੋਏ ਆ। ਜੇ ਗੁਰੂ ਸਾਹਿਬ ਨੂੰ ਪਿਤਾ ਨੇ ਸਵਾਲ ਕੀਤਾ, ਪੁੱਤਰ ਖੇਤੀ ਕਰ ਲੈ, ਤੇ ਮਰਦ ਕਹਿੰਦੇ ਬਾਪੂ ਮੈਂ ਖੇਤੀ ਕਰਦਾ, ਕਿਹੜੀ ਮਨ ਹਾਲੀ ਕਰਸਾਣੀ ਕਰਨੀ, ਸਰਬ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਬਾਪੂ ਕਹਿੰਦਾ ਪੁੱਤ ਘੋੜੇ ਲੈ ਲਾ, ਫਿਰ ਵੇਚੀ ਆਇਆ ਕਰ। ਮਰਦ ਕਹਿੰਦੇ ਨਹੀਂ, ਸੁਣ ਸਾਸਤ ਸੌਦਾਗਰੀ, 7 ਘੋੜੇ ਲੈ ਚੱਲ। ਪਿਤਾ ਜੀ ਮੇਰੇ ਕੋਲ ਤੇ 7 ਘੋੜੇ ਨੇ, ਮੈਂ ਕਿਉਂ ਵੇਚਣੇ ਨੇ, ਇਹ ਚੰਗੇ ਆ, ਸਵਾਰੀ ਬੜੀ ਵਧੀਆ। ਉਹ ਕਹਿੰਦੇ ਫਿਰ ਪੁੱਤਰ ਐ ਕਰ, ਦੁਕਾਨਦਾਰੀ ਕਰ ਲਾ। ਕਹਿੰਦੇ ਨਾ, ਹਾਣ ਹੱਟ ਕਰ ਯਾਰ ਜਾ, ਸੱਚ ਨਾਮ ਕਰ ਮੱਥ। ਕਹਿੰਦੇ ਮੇਰੇ ਕੋਲ ਦੁਕਾਨ ਹੈ, ਸੁਰਤ ਸੋਚ ਕਰ ਭਾਂਡਸਾਲ, ਤਿਸ ਵਿੱਚ ਤਿਸਨੂੰ ਰੱਖ। ਮੈਂ ਆਪਣੀ ਸੁਰਤ ਦੇ ਭਾਂਡਿਆਂ 'ਚ ਸਾਰਾ ਕੁਝ ਰੱਖਿਆ ਹੋਇਆ, ਮੈਂ ਕੀ ਵੇਚਣਾ, ਮੇਰੀ ਜ਼ਿੰਦਗੀ ਮੇਰਾ ਹਾਣ ਇੱਕ ਦੁਕਾਨ ਹੈ। ਹਰ ਸ਼ਬਦ ਗੁਰੂ ਸਾਹਿਬ ਨੇ ਕਿਸੇ ਨਾ ਕਿਸੇ ਪਰਥਾਏ ਲਿਖਿਆ ਹੋਇਆ, ਕਿਸੇ ਸਵਾਲ ਦਾ ਜਵਾਬ ਦਿੱਤਾ ਹੋਇਆ। ਪਾਤਾ ਜੀ ਦੇ ਇਹ ਸਵਾਲ ਸੁਣ ਸਤਿਗੁਰ ਅੰਮ੍ਰਿਤ ਬਚਨ ਗੁਣ ਗਾਉਂਦੇ ਨੇ। ਸ੍ਰੀ ਮੁਖ ਵਾਕ ਭੈ ਤੀਰੇ ਡਰ ਅਗਲਾ, ਖਪ ਖਪ ਛਿਜੇ ਦੇਹ। ਪਾਤਾ ਜੀ ਦੇ ਸਾਰੇ ਸਵਾਲ ਸੁਣ ਕੇ ਮਰਦ ਨੇ ਅੰਮ੍ਰਿਤ ਬਚਨ ਉਚਾਰਿਆ, ਭੈ ਤੇਰਾ ਡਰ ਅਗਲਾ, ਖਪ ਖਪ ਛਿਜੈ ਦੇਹ। ਮਰਦ ਕਹਿੰਦੇ ਭਾਈ ਦੁਨੀਆ ਦੇ ਵਿੱਚ ਮੌਤ ਦਾ ਭੈ ਤੇ ਖੌਫ ਹੈ, ਪਰ ਮਾਇਆ ਕਰਕੇ ਭੁੱਲਿਆ ਹੋਇਆ ਹੈ। ਬੇਸ਼ੱਕ ਖੌਫ ਮੌਤ ਦਾ ਭੁੱਲ ਗਿਆ, ਪਰ ਕਹਿੰਦੇ ਸਰੀਰ ਸਭ ਦਾ ਛਿਜਦਾ ਜਾਂਦਾ। ਛਿਜਦਾ ਕੀ ਹੈ? ਹਰ ਰੋਜ਼ ਚੜ੍ਹਿਆ ਦਿਨ ਸਾਨੂੰ ਕਮਜ਼ੋਰ ਕਰਦਾ ਹੈ। ਹਰ ਚੜ੍ਹਿਆ ਦਿਨ ਸਾਡੇ ਸਰੀਰ ਨੂੰ ਕਮਜ਼ੋਰੀ ਵਾਲੇ ਪਾਸੇ ਧੱਕੀ ਆਉਂਦਾ ਹੈ। ਕਦੋਂ ਵਾਲ ਚਿੱਟੇ ਆ ਗਏ, ਇਹ ਕਮਜ਼ੋਰੀ ਦੀ ਨਿਸ਼ਾਨੀ ਹੈ। ਕਦ ਹੱਡੀਆਂ ਸਿਥਲ ਹੋ ਗਈਆਂ, ਸੁਕੜ ਗਈਆਂ, ਕਮਜ਼ੋਰੀ ਦੀ ਨਿਸ਼ਾਨੀ। ਚਿਹਰੇ ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ, ਬਲ ਪ੍ਰਯੋਗ ਘਟਣਾ ਸ਼ੁਰੂ ਹੋ ਗਿਆ। ਮਰਦ ਕਹਿੰਦੇ ਖੱਪ ਖੱਪ ਦੁਨੀਆ ਵਿੱਚ ਖੱਪ ਖੱਪ ਕੇ ਖੱਚਲ ਹੋ ਕੇ ਬੰਦੇ ਨੇ ਸਰੀਰ ਛਜਾ ਲਿਆ ਆਪਣਾ। ਹੁਣ ਜਦੋਂ ਸਭ ਕੁਝ ਇਕੱਠਾ ਕਰ ਲਿਆ, ਖਾਣ ਹੰਡਾਉਣ ਦੀ ਜਦੋਂ ਉਮਰ ਆਈ, ਹੁਣ ਬੁਢਾਪੇ ਨੇ ਘੇਰ ਲਿਆ। ਆਖੋ ਸਤਿਨਾਮ। 40-50 ਸਾਲ ਤੱਕ ਮਰੂ ਮਰੂ ਕਰਦਾ ਰਿਹਾ, ਇਕੱਠਾ ਕਰ ਲਾਂ, ਪਰ ਹੁਣ ਖਾਣ ਪੀਣ ਐਸ਼ ਉਡਾਉਣ ਦੀ ਉਮਰ ਆ। ਹੁਣ ਕਹਿੰਦਾ ਉੱਠਿਆ ਨਹੀਂ ਜਾਂਦਾ, ਗੋਡੇ ਜਵਾਬ ਦੇ, ਤੁਰਿਆ ਨਹੀਂ ਜਾਂਦਾ, ਕਿਤੇ ਜਾਣ ਨੂੰ ਜੀ ਨਹੀਂ ਕਰਦਾ, ਸੁਭਾਅ ਬਦਲਦਾ ਜਾਂਦਾ ਹੈ। ਮਰਦ ਕਿਤੇ ਖੱਪ ਖੱਪ ਚੀਜ਼ਾਂ ਦੇ ਭਾਈ ਸਰੀਰ ਖਿੱਚਦੇ ਜਾਂਦੇ ਹਨ। ਨਾਮ ਜਿਨਾ ਸੁਲਤਾਨ ਖਾਨ, ਹੋਦੇ ਡਿਠੇ ਖੇ। ਪਾਦਾ ਜੀ ਜਿਨ੍ਹਾਂ ਦੇ ਨਾਮ ਜਿਨ੍ਹਾਂ ਸੁਲਤਾਨ ਖਾਨ, ਸੁਲਤਾਨ ਨਾਮ ਹੁੰਦਾ ਪਾਤਸ਼ਾਹ ਦਾ, ਖਾਨ ਵੱਡੇ ਵੱਡੇ ਰਾਜੇ। ਮਰਦ ਕਹਿੰਦੇ ਨਾਮ ਜਿਨ੍ਹਾਂ ਸੁਲਤਾਨ ਖਾਨ, ਹੁੰਦੇ ਡਿਠੇ ਖੇ। ਡਿੱਠੇ ਨਾਮ ਦੇਖਣ ਦਾ, ਹੁੰਦੇ ਨਾਮ ਹੋ ਰਹੇ ਨੇ, ਹੁੰਦੇ ਸੀ। ਖੇ ਨਾਮ ਮਿੱਟੀ ਦਾ ਸਵਾਦ ਹੈ। ਮਰਦ ਕਹਿੰਦੇ ਜਿਨ੍ਹਾਂ ਦੇ ਵੱਡੇ ਵੱਡੇ ਨਾਂ ਸੀ, ਇੱਕ ਦਿਨ ਮਿੱਟੀ ਵਿੱਚ ਮਿੱਟੀ ਹੋ ਗਏ। ਕੀ ਖੱਟਿਆ ਨਾਮ ਕਮਾ। ਇਸ ਕਰਕੇ ਬੰਦੇ ਨੂੰ ਕਦੇ ਨਾ ਦੌੜਾਂ 'ਚ ਨਹੀਂ ਪੈਣਾ ਚਾਹੀਦਾ, ਮੈਨੂੰ ਲੋਕ ਜਾਣਨ, ਮੇਰਾ ਨਾਮ ਵੱਡਾ ਹੋਵੇ। ਕੀ ਕਰੇਗਾ ਵੱਡਾ ਕਰਕੇ, ਪੈਣਾ ਤੇ ਇੱਕ ਦਿਨ ਮਿੱਟੀ ਵਿੱਚ ਹੀ ਹੈ। ਕਬੀਰ ਇੱਥੇ ਸੋਣਾ ਪੈਣਾ। ਭਗਤ ਕਬੀਰ ਜੀ ਨੇ ਬੜੇ ਬਚਨ ਕੀਤੇ, ਉਸ ਪਾਸੇ ਨਾ ਜਾਈਏ। ਇੱਕ ਦਿਨ ਸੋਬਰ ਹੋਏ ਗੁਲਾਬੇ ਗੁੜ ਪਸਾਰ। ਕਹਿੰਦੇ ਸੋਹੇਗਾ ਮਿੱਟੀ ਵਿੱਚ, ਕਿਹਨੇ ਪੁੱਛਣਾ ਹੈ? ਵੱਡੇ ਵੱਡੇ ਰਾਜੇ ਮਹਾਰਾਜੇ ਆਏ, ਕਬਰਾਂ ਬਣ ਕੇ ਮਿੱਟੀ 'ਚ ਮਿੱਟੀ ਰਹਿ ਕੇ, ਦੱਸੋ ਕੌਣ ਗਿਆ ਉਹਨਾਂ ਕੋਲ? ਕਿਸੇ ਨੇ ਪੁੱਛਿਆ ਉਹਨਾਂ ਤੋਂ? ਕੀ ਲੈਣਾ ਕਿਸੇ ਨੇ? ਤੈਨੂੰ ਜੀਵਨ ਜਿਉਣ ਵਾਸਤੇ ਮਿਲਿਆ ਸੀ, ਤੂੰ ਦਿਖਾਵੇ ਲਈ ਰੱਖ ਲਿਆ ਲੋਕਾਂ ਨੂੰ। ਜਿੱਦਾਂ ਮਦਾਰੀ ਦਾ ਬਾਂਦਰ ਸੀ, ਬੰਦਾ ਬਾਂਦਰ ਬਣ ਕੇ ਬਹਿ ਗਿਆ, ਦਿਖਾਵੇ 'ਚ ਰਹਿ ਗਿਆ ਜ਼ਿੰਦਗੀ ਦਾ। ਮਰਦ ਕਹਿੰਦੇ ਨਾਮ ਜਿੰਨਾ ਸੁਲਤਾਨ ਖਾਨ, ਹੁੰਦੇ ਡਿਠੇ ਖੇ। ਪਾਦਾ ਜੀ ਮਿੱਟੀ ਵਿੱਚ ਮਿੱਟੀ ਹੁੰਦੇ, ਖਾਨ ਹੁੰਦੇ, ਵੱਡੇ ਵੱਡੇ ਲੋਕ ਵੇਖੇ ਨੇ। ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨਹੀਂ। ਮਰਦ ਕਹਿੰਦੇ ਫਿਰ ਇੱਕ ਦਿਨ ਸਮਾਂ ਐਸਾ ਆਉਂਦਾ, ਜਿੰਨਾ ਪਿੱਛੇ ਪਾਪ ਕਮਾਏ ਸੀ ਨਾ, ਨਾਨਕ ਉੱਠੀ ਚੱਲਿਆ। ਉੱਠੀ ਕੀ ਹੈ? ਮਰਨਾ। ਕਹਿੰਦੇ ਇੱਕ ਦਿਨ ਮਰ ਕੇ ਉੱਠ ਕੇ ਚੱਲਿਆ, ਸਭ ਕੂੜੇ ਟੁੱਟੇ ਨੇਹ। ਕੂੜੇ ਨਾਮ ਝੂਠਿਆਂ ਦਾ, ਨੇਹ ਨਾਮ ਪ੍ਰੇਮ ਦਾ, ਰਿਸ਼ਤਿਆਂ ਦਾ। ਕਹਿੰਦੇ ਜਿੱਦਣ ਇਹ ਮਰਿਆ ਨਾ, ਇਹਨੇ ਫਿਰ ਘਰ ਵਾਲੀ ਨੂੰ ਵੀ ਨਹੀਂ ਦੱਸਿਆ ਮੈਂ ਚੱਲਿਆ। ਕਹਿੰਦਾ ਸੀ ਮੈਂ ਪਿਆਰ ਹੀ ਬੜਾ ਕਰਦਾ, ਮੈਨੂੰ ਆਪਣਾ ਪੁੱਤ ਪੋਤਾ ਪਿਆਰਾ ਬੜਾ। ਜੇ ਪਿਆਰਾ ਸੀ, ਮਰਨ ਵੇਲੇ ਦੱਸ ਕੇ ਕਿਉਂ ਨਾ ਗਿਆ ਵੀ ਮੈਂ ਚੱਲਿਆ, ਬਈ ਮੈਂ ਨਹੀਂ ਆਉਂਦਾ।
ਅਫਰਦਾ ਫੁਰਦਾ ਨਾ ਕਰਾ ਲਓ, ਰਿਸ਼ਤੀ ਨਾ ਕਰਾ ਲਿਓ, ਫਲਾਣੇ ਦਿਨ ਚਲੇ ਜਾਣੇ। ਕਹਿੰਦੇ ਉਹਨਾਂ ਦੀ ਗੱਲ ਛੱਡ, ਜਿਨ੍ਹਾਂ ਨਾਲ ਪ੍ਰੀਤ ਕਰਦਾ ਸੀ, ਜਿਨ੍ਹਾਂ ਨਾਲ ਪ੍ਰੇਮ ਕਰਦਾ ਸੀ, ਤੇ ਦੂਰ ਦੀਆਂ ਗੱਲਾਂ। ਜਿਸ ਸਰੀਰ ਨਾਲ ਪ੍ਰੇਮ ਕਰਦਾ ਸੀ, ਪਿਆਰ ਕਰਦਾ ਸੀ, ਮੇਰਾ ਸਰੀਰ ਮੈਂ ਸੋਹਣਾ। ਕਹਿੰਦੇ ਜਿੱਦਣ ਸੂਖਸ਼ਮ ਸਰੀਰ ਛੱਡ ਕੇ ਗਿਆ, ਦੱਸ ਕੇ ਇਸ ਸਰੀਰ ਨੂੰ ਵੀ ਨਹੀਂ ਗਿਆ। ਆਖੋ ਸਤਿਨਾਮ। ਬਾਕੀ ਕਹਿੰਦੇ ਸਭ ਕੂੜੇ ਟੁੱਟੇ ਨੇਹੇ, ਆ ਤੇਰੇ ਰਿਸ਼ਤੇ ਨੇ ਪ੍ਰੇਮ ਦੇ ਸਾਰੇ ਇੱਥੇ ਹੀ ਰਹਿ ਜਾਣੇ ਆ। ਸਭ ਝੂਠੇ ਦੇ ਝੂਠੇ ਹਨ, ਸਿਰਫ ਇੱਕ ਦਿਖਾਵਾ ਹੈ। ਚੋਪਈ ਨਿਸਬਸ ਰਿਸ ਸਰਸ ਡਰਾਓ, ਮੰਦਮਤੀ ਭਾਪੈ ਸੋ ਭੁਲਾਓ। ਮਰਦ ਕਹਿੰਦੇ ਮੰਦੀ ਮੱਤ ਵਾਲਾ ਬੰਦਾ ਰੱਬ ਦਾ ਭੈ ਵਸਾਰੀ ਫਿਰਦਾ ਹੈ, ਇਹ ਭੁੱਲ ਗਿਆ ਮੈਂ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਹੈ। ਛੱਡ ਕੇ ਬਹਿ ਗਿਆ ਰੱਬ ਦਾ ਨਾਮ। ਦੁਨੀਆ ਦੇ ਪਦਾਰਥਾਂ ਨੂੰ ਸੱਚ ਜਾਣ ਕੇ, ਜਗ ਝੂਠੇ ਕੋ ਸਾਚ ਜਾਣ ਕੇ, ਤਾਸਿਓ ਰੁਚ ਉਪਜਾਈ। ਕਹਿੰਦੇ ਰੁਚੀ ਵੱਧਦੀ ਜਾਂਦੀ ਜਿਉਣ ਦੀ। ਝੂਠੇ ਸੰਸਾਰ ਨੂੰ ਸੱਚਾ ਜਾਣ ਕੇ ਪਿੱਛੇ ਭੱਜਿਆ ਫਿਰਦਾ ਹੈ। ਜਦੋਂ ਮਹਾਰਾਜ ਨੇ ਅੰਮ੍ਰਿਤ ਬਚਨ ਉਚਾਰਨ ਕੀਤਾ, ਪਾਦਾ ਜੀ ਕਹਿੰਦੇ ਮਹਾਰਾਜ ਮੈਨੂੰ ਇਹਦੇ ਅੰਤਰੀਵ ਅਰਥ ਸੁਣਾਓ। ਆ ਜਿਹੜੇ ਆਪ ਜੀ ਨੇ ਅਰਥ ਸੁਣੇ ਆ, ਇਹ ਕੇਵਲ ਅੱਖਰੀ ਅਰਥ ਕੀਤੇ ਆ, ਜਿਹਨੂੰ ਪਦ ਅਰਥ ਕਹਿੰਦੇ ਆ। ਇਸ ਤੋਂ ਬਾਅਦ ਕੱਲ ਦੇ ਦੀਵਾਨਾਂ 'ਚ ਉਪਦੇਸ਼ ਦੀ ਸਮਾਪਤੀ ਹੈ। 4 ਅੰਮ੍ਰਿਤ ਬਚਨ ਮਹਾਰਾਜ ਨੇ ਉਚਾਰਨ ਕੀਤੇ ਆ। ਬੜਾ ਆਨੰਦ ਆਇਆ ਜੀ ਵਿਚਾਰ ਕੇ, ਕਿਉਂਕਿ ਬਾਣੀ ਹੈ ਨਾ ਜਿਹੜੀ, ਗਾ ਲਈਏ, ਵਿਚਾਰ ਲਈਏ, ਸੁਣ ਲਈਏ, ਇਹ ਆਨੰਦ ਦੱਸਿਆ ਨਹੀਂ ਜਾ ਸਕਦਾ। ਜਦੋਂ ਅਸੀਂ ਇਸ ਬਾਣੀ ਦੇ ਅਰਥਾਂ ਨੂੰ ਮੌਜੂਦਾ ਸਮੇਂ ਦੇ ਦੌਰ ਵਿੱਚ ਸਮਝਦੇ ਆ ਨਾ ਸੌਖੇ ਤਰੀਕੇ ਨਾਲ, ਤੇ ਫਿਰ ਆਨੰਦ ਹੋਰ ਵੀ ਵੱਧ ਜਾਂਦਾ ਹੈ, ਸਮਝ ਛੇਤੀ ਆ ਜਾਂਦੀ ਹੈ। ਹੁਣ ਇਹਨਾਂ ਅਰਥਾਂ ਨੂੰ ਜੇ ਆਪਾਂ ਉਹੀ ਔਖੇ ਤਰੀਕੇ ਨਾਲ ਕਰੀ ਜਾਈਏ, ਜਿਵੇਂ ਦੇ ਲਿਖੇ ਸੀ ਉਹ ਤੋਂ ਦੁੱਗਣੇ ਔਖੇ ਕਰਕੇ ਮੈਂ ਤੁਹਾਨੂੰ ਸੁਣਾਵਾਂ, ਤੁਸੀਂ ਕਹੋਗੇ ਯਾਰ ਗੱਲ ਨਹੀਂ ਬਣੀ, ਸੁਣਿਆ ਵੀ ਆ, ਸਮਝ ਪੱਲੇ ਨਹੀਂ ਪਿਆ। ਪੱਲੇ ਉਦੋਂ ਪੈਣਾ ਜਦ ਬਿਲਕੁਲ ਈਜ਼ੀ ਵੇ ਨਾਲ, ਸੌਖੇ ਤਰੀਕੇ ਨਾਲ ਆਪਾਂ ਸਤਿਗੁਰਾਂ ਦੇ ਬਚਨਾਂ ਨੂੰ ਸਮਝੀਏ, ਤਾਂ ਜੋ ਕਿਤੇ ਸਮਾਨ ਨੂੰ ਸੱਟ ਵੱਜ ਜੇ, ਕਿਤੇ ਇਹਦੇ ਤੇ ਅਸਰ ਹੋ ਜੇ, ਕਿਤੇ ਇਹਨੂੰ ਸਮਝ ਆ ਜੇ। ਜਿਸ ਸ਼ਬਦ ਨੇ ਪਾਦੇ ਦਾ ਜੀਵਨ ਬਦਲਤਾ, ਸਾਨੂੰ 4 ਦਿਨ ਹੋ ਗਏ, ਸਾਨੂੰ ਤੇ ਸ਼ਬਦ ਵੀ ਕੰਠ ਨਹੀਂ ਹੋਇਆ। ਸਤਿਨਾਮ। ਕਿੱਡੇ ਪੱਥਰ ਮਨ ਹੋਣਗੇ ਸਾਡੇ। ਲੈ ਕੇ ਉਸ ਨੂੰ ਅੱਜ ਪੁੱਛ ਲਓ ਵੀ ਸ਼ਬਦ ਸ਼ੁਰੂ ਕਿੱਥੋਂ ਹੋਇਆ ਸੀ। ਕਥਾ ਦੀ ਸਟਾਰਟਿੰਗ 'ਚ ਵੀ ਦੱਸ ਦਿੰਦੇ ਆ ਵੀ ਪਹਿਲਾ ਸ਼ਬਦ ਹੈ ਜਾਲ ਮੋਹ ਘਸ ਵਸ ਕਰ ਲੈ, ਬਾਹਰ ਪੁੱਛ ਲਿਓ ਜਾ ਕੇ। ਫਿਰ ਸੋਚਣ ਵਾਲੀ ਗੱਲ ਹੈ ਵੀ ਮਨ ਕਿੱਡਾ ਢੀਠ ਹੈ ਸਾਡਾ। ਸਾਨੂੰ ਇਹ ਤੇ ਪਤਾ ਵੀ ਪ੍ਰਸ਼ਾਦ ਛਕਿਆ ਨਹੀਂ ਛਕਿਆ, ਬੂਟ ਕਿਹੜੇ ਕੈਬਨ 'ਚ ਪਏ ਆ, ਪਰ ਸ਼ਬਦ ਦਾ ਨਹੀਂ ਪਤਾ ਕਿਹੜਾ ਸੁਣਿਆ, ਕਿਵੇਂ ਸੁਣਿਆ, ਕੀ ਸੀ। ਤੋ ਅਰਦਾਸ ਕਰਿਆ ਕਰੋ ਮਹਾਰਾਜ ਅੱਗੇ ਕਿਤੇ ਸਾਨੂੰ ਸਮਝ ਆ ਜਾਏ ਇਸ ਸ਼ਬਦ ਦੇ ਅਰਥਾਂ ਤੋਂ ਬਾਅਦ ਜੋ ਅੱਗੇ ਹੋਏਗਾ, ਕਿਉਂਕਿ ਮਹਾਰਾਜ ਨੇ ਪਾਦੇ ਦਾ ਤੇ ਉਧਾਰ ਕਰ ਦੇਣਾ। ਜੋ ਉਹਨੂੰ ਅੰਤਮ ਉਪਦੇਸ਼ ਦੇ ਕੇ ਜਾਣਗੇ ਨਾ, ਅੰਤਮ ਉਪਦੇਸ਼ ਸ਼ਬਦ ਵਰਤਿਆ, ਕੱਲ ਸਰਵਣ ਕਰਾਂਗੇ। ਇਹੀ ਬਹੁਤ ਵੱਡੀ ਗੱਲ ਹੈ। ਕੀ ਉਪਦੇਸ਼ ਮਹਾਰਾਜ ਨੇ ਕਦੋਂ ਕਿੱਥੇ ਦਿੱਤਾ। ਦੇਖੋ ਤੁਸੀਂ ਸ਼ਬਦ ਸੁਣ ਲਿਆ ਨਾ, ਜਾਲ ਮੋਹ ਕਾ ਸਮਸਕਾਰ। ਇੱਕ ਗੱਲ ਯਾਦ ਰੱਖਿਓ, ਜਿੱਦਣ ਸਹਿਜ ਪਾਠ ਕਰੋਗੇ, ਜਿੱਦਣ ਸ੍ਰੀ ਰਾਗ ਪੜੋਗੇ ਨਾ, ਉਸ ਦਿਨ ਤੋਂ ਬਾਅਦ ਮੈਨੂੰ ਦੱਸਿਓ ਵੀ ਆਨੰਦ ਕਿੰਨਾ ਆਇਆ ਸੀ, ਰਸ ਕਿੰਨਾ ਆਇਆ ਸੀ। ਅੱਜ ਨਹੀਂ, 20 ਸਾਲਾਂ ਬਾਅਦ ਵੀ ਇਹ ਸ਼ਬਦ ਕਿਤੇ ਕੋਈ ਰਾਗੀ ਸਿੰਘ ਗਾਏਗਾ, ਕਿਤੇ ਸੁਣੋਗੇ ਨਾ, ਜਾਲ ਮੋਹ ਕਾ ਸਮਸਕਾਰ, ਸੱਚੀ ਉਦੋਂ ਚਿੱਤ ਪਾਠਸ਼ਾਲਾ 'ਚ ਪਹੁੰਚ ਜਾਣਾ। ਮੇਰੇ ਗੁਰੂ ਨਾਨਕ ਸਾਹਿਬ ਨੇ ਗੋਪਾਲ ਪਾਦੇ ਨੂੰ ਉਪਦੇਸ਼ ਦਿੱਤਾ ਸੀ, ਏਦਾਂ ਸਮਝਾਇਆ ਸੀ। ਤੇ ਇਹ ਤੇ ਆਨੰਦ ਹੀ ਆਨੰਦ ਹੈ। ਮਹਾਰਾਜ ਏਦਾਂ ਹੀ ਬਰਕਰਾਰ ਰੱਖਣ। ਵਾਹਿਗੁਰੂ ਵਾਹਿਗੁਰੂ।